कतक कर्म कमावणे दोष न काहू जोग। परमेशर ते भुलिया व्यापन सभे रोग। कतक कर्म कमावणे दोष न काहू जोग। परमेशर ते भुलिया व्यापन सभे रोग। वे मुख होए राम ते लगन जन्म विजोग। खिन मैं कौड़े होए गए जितड़े माया भोग। विच न कोई कर सकै किस थै रोवैं रोज। कीता किशु न होवई लिखिया धुर संजोग। वड भागी मेरा प्रभ मिलै तां उतरै सब वियोग। नानक कौ प्रभ राख लेह मेरे साहिब बंदी मोच। कतक होवै साध संग बिनसह सभे सोच। कतक होवै साध संग बिनसै सभे सोच। वाहिगुरु जी का खालसा वाहिगुरु जी की फतेह। गुरु सवारी साध संगत वडभागी हो। 12 माह बाणी दे पावन उपदेश आप जी ने कतक महीने दे परथाए पंचम पातशाह शहीदां दे सरताज बाणी के बोहित सतगुरु गुरु अर्जन देव महाराज पातशाह जी दे मुखार बिंद तू उचारण कीते हुए श्रवण कीते ने। पिछला महीना असू दा जो अज समाप्त होया है ते कतक दी आरंभता हुई है। गुरु महाराज पातशाह जी ने कृपा कीती है जेकर अपनी जिंदगी दे सारे फिकर चिंता झौरे साडी जिंदगी दी जे चिंता खत्म होनी है ते साध संगत इन्हां नूं खत्म करना है ते साडे वास्ते सब तो वड्डा उपराला जिहड़ा है जो साडी जिहड़ी कोशिश है वो है सतसंग। सतसंगत दे विच आके गुरु सवारियो सारियां चिंतावां सब सोचां सब फिकरां खत्म हो जांदियां। मेरे पातशाह जी ने वार-वार सानू गुरबाणी दा ये सुनेहा दिता, मेहरबान साहिब मेहरबान साहिब मेरा मेहरबान जी सगल को दे दान। परमात्मा मेहरबान है, वो मालक साहिब सारे जियां नूं दान दे रहा, खाण नूं दिंदा पिया। बंदा चिंता करदा है मैं अपने वास्ते अपने पुत्रां पड़पोतरियां 7-7 पीढ़ियां तक जोड़ लवां। इस गल दी चिंता फिकर दे विच ही सारा दिन सारी उम्र दौड़ भज करदा रहिंदा है। मेरे पातशाह जी फरमाउंदे ने बंदिया क्यों डोलदा है, क्यों चिंता करदा है। मेहरबान है वो तेरा मालक, वो रहबर परमात्मा दाता जिहड़ा सारियां नूं संभालदा पिया। गुरा एक दे बुझाई सबना जियां का एक दाता, सो मैं विसर ना जाई।
ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਦੇਂਦੇ ਤੋਟ ਨਾ ਆਵਈ ਅਗਨਤ ਭਰੇ ਭੰਡਾਰ। ਉਹ ਦਾਤਾ ਇੱਕ ਤੇ ਉਹਦੇ ਭੰਡਾਰਿਆਂ ਦੇ ਵਿੱਚ ਸਾਧ ਸੰਗਤ ਕਦੇ ਵੀ ਤੋਟ ਨਹੀਂ, ਕਮੀ ਨਹੀਂ, ਘਾਟਾ ਨਹੀਂ। ਉਹ ਸਦਾ ਹੀ ਦੇਈ ਜਾ ਰਿਹਾ। ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ। ਜੁਗਾਂ ਜੁਗਾਂਤਰਾਂ ਤੋਂ ਦੇਈ ਜਾ ਰਿਹਾ। ਦੇਣ ਵਾਲਾ ਪਰਮਾਤਮਾ ਦਿੰਦਾ ਹੈ ਤੇ ਅਸੀਂ ਭਾਵੇਂ ਲੈਣ ਵਾਲੇ ਥੱਕ ਜਾਂਦੇ ਹੋਈਏ, ਪਰ ਪਰਮਾਤਮਾ ਅਕਾਲ ਪੁਰਖ ਫਿਰ ਵੀ ਦੇਈ ਜਾਂਦਾ ਹੈ। ਤੇ ਮੇਰੇ ਸਾਹਿਬ ਜੀ ਫਰਮਾਉਂਦੇ, ਫਿਰ ਬੰਦਿਆ ਚਿੰਤਾ ਕਿਉਂ ਕਰਦਾ? ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਕਿ ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਤੇਰਾ ਆਸਰਾ, ਤੇਰਾ ਸਹਾਰਾ ਵੀ ਬਣੇਗਾ। ਤੂੰ ਫਿਰ ਕਿਉਂ ਡੋਲਦਾ, ਕਿਉਂ ਚਿੰਤਾ ਕਰਦਾ? ਕਾਹੇ ਰੇ ਮਨ ਚਿਤ ਵਹਿ ਉਦਮ। ਹੇ ਮੇਰਿਆ ਮਨਾ, ਕਿਉਂ ਤੂੰ ਫਿਕਰ ਦੇ ਵਿੱਚ ਪਿਆ ਹੋਇਆ, ਚਿੰਤਾ ਵਿੱਚ ਪਿਆ ਹੋਇਆ? ਫਿਕਰ ਹੀ ਹੈ ਨਾ, ਚਿੰਤਾ ਹੀ ਹੈ ਨਾ। ਸਵੇਰ ਤੂੰ ਜਾਗਦਿਆਂ ਸਾਰੀ ਬੰਦਾ ਸਾਧ ਸੰਗਤ ਦੌੜ ਭੱਜ ਸ਼ੁਰੂ ਕਰ ਦਿੰਦਾ ਹੈ। ਹੋੜ ਲੱਗ ਜਾਂਦੀ ਇਹਨੂੰ ਸੰਸਾਰ ਦੀਆਂ ਵਸਤੂਆਂ ਦੀ, ਮਾਇਆ ਦੀ। ਭੱਜ ਦੌੜ ਸ਼ੁਰੂ ਕਰ ਦਿੰਦਾ ਹੈ। ਪਰ ਗੁਰੂ ਘਰ ਆਉਣ ਵਾਸਤੇ ਇਹਦੇ ਕੋਲ ਕੋਈ ਸਾਧ ਸੰਗਤ, ਕੋਈ ਖਿਆਲ ਨਹੀਂ, ਕੋਈ ਚਿੰਤਾ ਨਹੀਂ। ਪਰਮਾਤਮਾ ਦੇ ਨਾਮ ਜਪਣ ਵਾਸਤੇ ਇਹਦੇ ਕੋਲ ਕੋਈ ਸਮਾਂ ਨਹੀਂ ਹੁੰਦਾ, ਪਰ ਸੰਸਾਰ ਦੇ ਪਦਾਰਥਾਂ ਦੌੜ ਭੱਜ ਵਾਸਤੇ ਇਹਦੇ ਕੋਲ ਸਭ ਸਮਾਂ ਖਾਲੀ ਪਿਆ। ਤਾਂ ਹੀ ਤਾਂ ਬਾਬਾ ਫਰੀਦ ਸਾਹਿਬ ਜੀ ਫਰਮਾਉਂਦੇ ਨੇ, ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ। ਲੇਖਾ ਰੱਬ ਮੰਗੀਸੀਆ ਤੂੰ ਆਇਓ ਕਿਹੜੇ ਕੰਮ। ਚਾਰ ਪੈਰ ਜ਼ਿੰਦਗੀ ਦੇ ਖਾਂਦਿਆਂ ਪੀਂਦਿਆਂ, ਦੌੜਦਿਆਂ ਭੱਜਦਿਆਂ, ਹੰਡਾਉਂਦਿਆਂ ਗੁਜ਼ਾਰ ਦਿੱਤੇ, ਤੇ ਚਾਰ ਸੌਂ ਕੇ ਗੁਜ਼ਾਰ ਦਿੱਤੇ। ਤੇ ਬੰਦਿਆਂ ਜਦੋਂ ਲੇਖਾ ਦੇਣਾ ਪਵੇਗਾ ਤੇ ਪ੍ਰਮਾਤਮਾ ਨੇ ਪੁੱਛਣਾ ਹੈ, ਤੂੰ ਕਿਹੜੇ ਕੰਮ ਆਇਆ ਸੀ, ਤੇ ਤੇਰੇ ਕੋਲੋਂ ਲੇਖਾ ਨਹੀਂ ਦਿੱਤਾ ਜਾਣਾ। ਭਾਵ ਕਿ ਉਹ ਕਰਮ ਸਾਨੂੰ ਚੇਤਾ ਨਹੀਂ, ਜਿਸ ਕਰਮ ਦੇ ਸਦਕਾ ਸਾਡਾ ਜੀਵਨ ਦਾ ਉਧਾਰ ਹੈ। ਬੰਦਾ ਚਿੰਤਾ ਕਰ ਰਿਹਾ, ਫਿਕਰ ਕਰ ਰਿਹਾ। ਕਰਮ ਇਹੋ ਜਿਹੇ ਕਰਦਾ ਹੈ, ਚਿੰਤਾ ਦੇ ਵਿੱਚ, ਫਿਕਰਾਂ ਦੇ ਵਿੱਚ। ਜਦੋਂ ਧੀਆਂ ਪੁੱਤਾਂ ਦੀ, ਪਰਿਵਾਰ ਦੀ ਚਿੰਤਾ ਹੁੰਦੀ, ਉਹਨਾਂ ਦੇ ਸਾਂਭਣ ਸੰਭਾਲਣ ਦੀ ਚਿੰਤਾ ਹੁੰਦੀ, ਉਹਨਾਂ ਦੇ ਕਾਰੋਬਾਰ ਦੀ ਚਿੰਤਾ ਹੁੰਦੀ, ਉਹਨਾਂ ਦੇ ਰੋਟੀ ਕੱਪੜੇ ਦੀ ਚਿੰਤਾ ਹੁੰਦੀ ਹੈ, ਜਾਂ ਆਪਣੇ ਸਵਾਰਥ ਦੀ ਚਿੰਤਾ ਹੁੰਦੀ ਹੈ, ਫਿਰ ਬੰਦਾ ਕਰਮ ਪਤਾ ਕਿਹੋ ਜਿਹੇ ਕਰਨ ਲੱਗ ਜਾਂਦਾ ਹੈ। ਕਈ ਵਾਰ ਫਿਰ ਦੁਨੀਆ ਨਾਲ ਧੋਖਾ ਕਰਦਾ ਹੈ, ਕਈ ਵਾਰ ਠੱਗੀਆਂ ਮਾਰਦਾ ਹੈ, ਕਈ ਤਰੀਕੇ ਦੇ ਨਾਲ ਫਿਰ ਮਾਇਆ ਲੁੱਟ ਖਸੁੱਟ ਕੇ ਲਿਆਉਂਦਾ ਹੈ, ਹੇਰਾ ਫੇਰੀਆਂ ਦੇ ਨਾਲ। ਉਹ ਕੁਝ ਲਿਆਣ ਕੇ ਤੇ ਆਪਣੇ ਪਰਿਵਾਰ, ਆਪਣੇ ਬੱਚਿਆਂ ਨੂੰ ਦਿੰਦਾ, ਖਾਣ ਨੂੰ, ਪਹਿਨਣ ਨੂੰ, ਹੰਡਾਉਣ ਨੂੰ। ਤੇ ਸਾਹਿਬ ਜੀ ਫਰਮਾਉਂਦੇ ਨੇ, ਕਹਿੰਦੇ ਬੰਦਿਆ ਕਰਮ ਕੀ ਕਰ ਰਿਹਾ? ਕਰਮ ਤਾਂ ਕਰਨਾ ਸੀ ਕਿ ਜਿਤ ਕਰਮ ਜਗ ਉਧਰੈ। ਉਹ ਕਰਮ ਕਰ ਜਿਸ ਕਰਮ ਦੇ ਸਦਕਾ ਜਗਤ ਦਾ ਉਧਾਰ ਹੁੰਦਾ। ਰੋਜ਼ ਅਸੀਂ ਪੜ੍ਹਦੇ ਹਾਂ ਰਹਿਰਾਸ ਸਾਹਿਬ ਬਾਣੀ ਦੇ ਵਿੱਚ, ਸਤਿਗੁਰੂ ਜੀ ਫਰਮਾਉਂਦੇ ਨੇ ਕਿ ਬੰਦਿਆ ਤੇਰਾ ਕਰਮ ਕੀ ਸੀ? ਦੁਨੀਆ ਦੇ ਕਰਮ ਛੱਡ, ਉਹ ਧੰਦੇ ਛੱਡ, ਸੰਸਾਰ ਦੇ ਚਿੰਤਾ ਛੱਡ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਕਰਮ ਤੂੰ ਕਰਨਾ ਸੀ, ਪਰ ਕਰਮ ਕਿਹੜੇ ਕਰਨ ਲੱਗ ਪਿਆ? ਬਹੁ ਪਰਪੰਚ ਕਰ ਪਰ ਧਨ ਲਿਆਵੈ। ਬੜੇ ਪਰਪੰਚ, ਠੱਗੀਆਂ, ਹੇਰਾ ਫੇਰੀਆਂ, ਧੋਖੇਬਾਜ਼ੀਆਂ ਕਰਕੇ, ਲੁੱਟ ਖਸੁੱਟ ਕਰਕੇ ਪਰਾਇਆ ਧਨ ਲਿਆਉਂਦਾ ਹੈ ਆਪਣੇ ਪਰਿਵਾਰ, ਬੱਚਿਆਂ ਵਾਸਤੇ। ਤੇ ਸਾਧ ਸੰਗਤ ਫਿਰ ਕੀ ਹੁੰਦਾ ਇਹਦੇ ਨਾਲ? ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ। ਆਣ ਕੇ ਆਪਣੇ ਪੁੱਤ, ਆਪਣੀ ਪਤਨੀ ਤੇ ਲੁਟਾਉਂਦਾ ਉਹ ਧਨ, ਭਾਵ ਉਹਨਾਂ ਨੂੰ ਦਿੰਦਾ ਖਾਣ ਪੀਣ ਨੂੰ, ਉਸੇ ਧਨ ਨੂੰ। ਤੇ ਸਾਧ ਸੰਗਤ ਸਾਹਿਬ ਜੀ ਫਰਮਾਉਂਦੇ ਨੇ ਕਿ ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਤੇਰੀ ਜਿੰਦ ਕੋਲੋਂ ਹਿਸਾਬ ਮੰਗਣਾ ਪ੍ਰਮਾਤਮਾ ਨੇ। ਭੁੱਲ ਨਾ ਜਾਈ ਕਿਤੇ, ਕਪਟ ਨਾ ਕਰੀ ਕਿਤੇ।
ਵੀ ਕਿਤੇ ਧੋਖਾ ਕਰਦਾ ਰਵੇਂ ਸੰਸਾਰ ਨਾਲ ਤੇ ਤੂੰ ਸੋਚਦਾ ਹੋਵੇ ਵੀ ਮੈਨੂੰ ਦੇਖਣ ਵਾਲਾ ਕੋਈ ਨਹੀਂ, ਮੈਨੂੰ ਪੁੱਛਣ ਵਾਲਾ ਕੋਈ ਨਹੀਂ। ਤੇਰੀ ਜਿੰਦ ਕੋਲੋਂ ਹਿਸਾਬ ਲੈਣਾ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹ ਕਰਮਾਂ ਦਾ ਹਿਸਾਬ ਕਿਤਾਬ ਜਿਹੜਾ ਹੈ ਉਹ ਹੋਵੇਗਾ। ਤੇ ਸਤਿਗੁਰੂ ਮਹਾਰਾਜ ਜੀ ਨੇ ਵਾਰ-ਵਾਰ ਗੁਰਬਾਣੀ ਵਿੱਚ ਸਮਝਾਉਣਾ ਕੀਤਾ। ਸਾਹਿਬ ਜੀ ਫਰਮਾਉਂਦੇ ਨੇ, ਜੋ ਕਰਮ ਕਰੇਗਾ ਉਸੇ ਕਰਮ ਦੇ ਅਨੁਸਾਰ ਤੈਨੂੰ ਸਜ਼ਾ ਮਿਲਣੀ ਹੈ। ਅੱਜ ਦਾ ਜਿਹੜਾ ਸ਼ਬਦ 12ਵਾਂ ਬਾਣੀ ਵਿੱਚ ਕੱਤਕ ਦੇ ਮਹੀਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਸਾਹਿਬ ਜੀ ਫਰਮਾਉਂਦੇ ਨੇ ਕਿ ਇਸ ਸ਼ਬਦ ਦੇ ਵਿੱਚ ਸਾਨੂੰ ਸਮਝਾਉਂਦਿਆਂ ਹੋਇਆਂ ਵੀ ਕਰਮ ਐਸਾ ਕਰ, ਕਿਉਂਕਿ ਕਰਮ ਕੀਤਿਆਂ ਹੀ ਤੇਰਾ ਇਸ ਸੰਸਾਰ ਦੇ ਵਿੱਚ ਉਧਾਰ ਹੈ। ਪਰ ਕਰਮ ਇਹੋ ਜਿਹਾ ਹੋਵੇ ਕਿ ਜਿਸ ਸਦਕਾ ਤੂੰ ਸਫਲ ਹੋ ਜਾਏ, ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਏ। ਵੇਖੀ ਕਿਤੇ ਐਸਾ ਕਰਮ ਨਾ ਕਰੀ ਕਿ ਤੇਰੇ ਉੱਪਰ ਦੋਸ਼ ਲੱਗਦਾ ਹੋਵੇ, ਤੂੰ ਗੁਨਾਹਗਾਰ ਬਣ ਜਾਏ। ਕਿਉਂਕਿ ਜੇਕਰ ਪ੍ਰਮਾਤਮਾ ਨੂੰ ਵਿਸਾਰ ਕੇ, ਪ੍ਰਮਾਤਮਾ ਤੋਂ ਬੇਮੁਖ ਹੋ ਕੇ ਕੋਈ ਐਸੇ ਮੰਦ ਕਰਮੀ ਤੂੰ ਆਪਣੇ ਜੀਵਨ ਨੂੰ ਬਤੀਤ ਕਰਨ ਲੱਗ ਪਿਆ, ਵਿਕਾਰਾਂ ਵਿੱਚ ਜੀਵਨ ਬਤੀਤ ਕਰਨ ਲੱਗ ਪਿਆ, ਤੇ ਪ੍ਰਮਾਤਮਾ ਤੋਂ ਬੇਮੁਖ ਹੋਵੇਂਗਾ ਤੇ ਲੱਖਾਂ ਜਨਮਾਂ ਦਾ ਵਿਛੋੜਾ ਪੈ ਜਾਣਾ। ਆ ਸੰਸਾਰ ਦੇ ਭੋਗ ਪਦਾਰਥ, ਧਨ ਦੌਲਤ ਤਾਂ ਸਭ ਕੁਝ ਤੇਰੇ ਕੋਲ ਹੋਵੇਗਾ। ਖਾਣ ਨੂੰ ਮਿੱਠੇ ਲੱਗਣਗੇ ਸਾਰੇ ਪਦਾਰਥ, ਪਰ ਸਾਹਿਬ ਜੀ ਫਰਮਾਉਂਦੇ ਨੇ ਖਿੰਨ ਵਿੱਚ ਹੀ, ਪਲ ਵਿੱਚ ਹੀ ਕੌੜੇ ਹੋ ਜਾਣੇ ਆ। ਆ ਵੇਖੋ ਨਾ ਅੱਜ ਕੀ ਸਮਾਂ ਹੁੰਦਾ ਹੈ, ਘਰ ਦੇ ਵਿੱਚ 36 ਪ੍ਰਕਾਰ ਦੇ ਭੋਜਨ ਪਦਾਰਥ ਖਾਣ ਨੂੰ ਹੁੰਦੇ, ਪਰ ਬੰਦਾ ਖਾ ਨਹੀਂ ਸਕਦਾ ਕਿਉਂਕਿ ਸਰੀਰ ਨੂੰ ਰੋਗ ਹੀ ਐਸੇ ਲੱਗ ਗਏ। ਤੇ ਡਾਕਟਰ ਕਹਿੰਦੇ ਵੀ ਇਹ ਕੁਝ ਨਹੀਂ ਖਾਣਾ, ਉਹ ਕੁਝ ਨਹੀਂ ਖਾਣਾ, ਮਿੱਠੇ ਆਦਿਕ ਤੋਂ ਪਰਹੇਜ਼ ਕਰਨਾ। ਜ਼ੁਬਾਨ ਦੇ ਰਾਸਾ ਜਿਹੜੇ ਨੇ ਸਾਧ ਸੰਗਤ, ਜ਼ੁਬਾਨ ਦਾ ਜਿਹੜਾ ਚਸਕਾ ਹੈ ਉਹ ਵਾਰ-ਵਾਰ ਮਨ ਨੂੰ ਕਹਿੰਦਾ ਵੀ ਇਹ ਕੁਝ ਖਾਈਏ, ਪਰ ਸਾਧ ਸੰਗਤ ਮਜਬੂਰ ਹੋ ਜਾਂਦਾ ਬੰਦਾ। ਉਹਦੇ ਸਾਹਮਣੇ ਸਭ ਕੁਝ ਹੁੰਦਾ, ਖਾਣ ਵਾਸਤੇ ਸਾਰੇ ਪਦਾਰਥਾਂ ਦੇ ਢੇਰ ਲੱਗੇ ਹੁੰਦੇ ਨੇ, ਪਰ ਉਹ ਖਾ ਨਹੀਂ ਸਕਦਾ। ਪਤਾ ਵੀ ਮੇਰੇ ਦੁੱਖ ਦਾ ਕਾਰਨ ਬਣਨਗੇ ਇਹ ਸਾਰੇ ਪਦਾਰਥ। ਇਸ ਕਰਕੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ, ਕਹਿੰਦੇ ਕਿ ਬੰਦਿਆ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ, ਤੇਰੀ ਫਿਕਰ ਖਤਮ ਹੋਵੇਗੀ। ਉਸ ਮਾਲਕ ਦੀ ਸਿਫਤ ਸਲਾਹ ਵਿੱਚ ਜੁੜ ਜਾ, ਸਤ ਸੰਗਤ ਕਰਿਆ ਕਰ, ਤੇਰੀ ਬੰਧਨਾਂ ਤੋਂ ਮੁਕਤੀ ਹੋ ਜਾਵੇਗੀ, ਵਿਕਾਰਾਂ ਤੋਂ ਛੁਟਕਾਰਾ ਹੋ ਜਾਏਗਾ, ਤੇਰਾ ਜੀਵਨ ਸਫਲ ਹੋ ਜਾਏਗਾ। ਆਓ ਇਸ ਸ਼ਬਦ ਨੂੰ ਵਿਚਾਰਦੇ ਹਾਂ, ਸਤਿਗੁਰੂ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਵਾਰ ਸਾਰੀ ਸੰਗਤ ਜਪਣਾ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੱਤਕ ਕਰਮ ਕਮਾਵਣੇ, ਕੱਤਕ ਦਾ ਮਹੀਨਾ ਜਿਹੜਾ ਆਰੰਭ ਹੋਇਆ, ਇਹ ਜੋ ਕਰਮ ਅਸੀਂ ਸੰਸਾਰ ਦੇ ਵਿੱਚ ਕਮਾਉਂਦੇ ਆ, ਕਮਾ ਰਹੇ ਆ, ਕਰਮ ਕਰ ਰਹੇ ਆ, ਦੋਸ਼ ਨਾ ਕਾਹੂ ਜੋਗ। ਇਹਨਾਂ ਕਰਮਾਂ ਦਾ ਕਿਸੇ ਦੂਜੇ ਦੇ ਉੱਪਰ ਕੋਈ ਦੋਸ਼ ਨਹੀਂ ਜੇ, ਕਰਮ ਕਰਨ ਵਾਲੇ ਦੇ ਉੱਪਰ ਹੀ ਦੋਸ਼ ਹੈ। ਚੰਗੇ ਕਰਮਾਂ ਦਾ ਚੰਗਾ ਫਲ ਹੈ, ਮਾੜੇ ਕਰਮਾਂ ਦਾ ਹੀ ਸਾਧ ਸੰਗਤ ਉਹਨੂੰ ਦੰਡ ਭੁਗਤਣਾ ਪਏਗਾ। ਹੁਣ ਜੇ ਬੰਦਾ ਸੋਚਦਾ ਹੋਵੇ ਵੀ ਕਰਮ ਦਾ ਜੋ ਕੁਝ ਮੈਂ ਇਸ ਸੰਸਾਰ ਦੇ ਵਿੱਚ ਕੀਤਾ ਹੈ, ਇਹਦਾ ਦੋਸ਼ ਕਿਸੇ ਹੋਰ ਦੇ ਮੱਥੇ ਲਾ ਦਿਆਂ ਵੀ ਉਹ ਦੂਜਾ ਗੁਨਾਹਗਾਰ ਹੈ, ਅੱਜ ਮੈਨੂੰ ਰੋਗ ਹੋਇਆ, ਅੱਜ ਮੈਨੂੰ ਦੁੱਖ ਲੱਗਾ ਤੇ ਇਹਦਾ ਦੋਸ਼ੀ ਕੋਈ ਹੋਰ ਹੈ, ਨਹੀਂ ਸਾਧ ਸੰਗਤ। ਸਤਿਗੁਰੂ ਜੀ ਫਰਮਾਉਂਦੇ ਨੇ, ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਬੰਦਿਆ ਦੂਜੇ ਕਿਸੇ ਨੂੰ ਦੋਸ਼ ਨਾ ਦੇਈ, ਜੋ ਤੂੰ ਕੀਤਾ ਉਹੀ ਕੁਝ ਤੂੰ ਪ੍ਰਾਪਤ ਕੀਤਾ, ਉਹਦਾ ਹੀ ਫਲ ਤੈਨੂੰ ਭੋਗਣਾ ਪੈ ਰਿਹਾ। ਐ ਕਰ ਕਰੈ ਸੋ ਐ ਕਰ ਪਾਵੈ। ਆਹ ਹੱਥ ਨਾਲ ਬੰਦਾ ਕੰਮ ਕਰਦਾ ਹੈ, ਕਰਮ ਕਰਦਾ, ਤੇ ਇਸ ਹੱਥ ਨਾਲ ਤਲੀ ਅੱਡ ਕੇ ਤੇ ਇਹਨੂੰ ਉਸ ਦਾ ਫਲ ਪ੍ਰਾਪਤ ਕਰਨਾ ਪੈਂਦਾ, ਲੈਣਾ ਪੈਂਦਾ, ਤੇ ਇਹਦੇ ਵਿੱਚ ਕੋਈ ਦੂਜਾ ਗੁਨਾਹਗਾਰ ਨਹੀਂ। ਅੱਜ ਅਸੀਂ ਦੂਸਰੇ ਦੇ ਉੱਪਰ ਦੋਸ਼ ਮੜ ਦਿੰਨੇ ਆ, ਕਹਿ ਦਿੰਨੇ ਆ ਜੀ ਸਾਡੇ ਘਰ ਵਿੱਚ ਦੁੱਖ ਤਾਂ ਆ, ਕਲੇਸ਼ ਤਾਂ ਆ, ਅੱਜ ਮੈਂ ਜਾਂ ਮੇਰੇ ਬੱਚੇ ਇਸ ਕਰਕੇ ਨਸ਼ਿਆਂ ਦੇ ਵਿੱਚ ਨੇ, ਜਾਂ ਪਤਿਤ ਹੋ ਗਏ, ਜਾਂ ਇਹ ਕੁਝ ਵੀ, ਇਹਦੇ ਵਿੱਚ ਦੋਸ਼ੀ ਕੋਈ ਹੋਰ ਹੈ।
ਇਹ ਦੂਜਿਆਂ ਦਾ ਕੀਤਾ ਕਰਾਇਆ ਨਹੀਂ। ਸਾਧ ਸੰਗਤ ਵਾਰ-ਵਾਰ ਸਤਿਗੁਰੂ ਜੀ ਨੇ ਸਮਝਾਇਆ। ਬਾਬਾ ਫਰੀਦ ਸਾਹਿਬ ਜੀ ਫਰਮਾਉਂਦੇ, ਫਰੀਦਾ ਲੋੜ ਹੈ ਦਾਖ ਬਿਜੋਰੀਆਂ, ਜੇ ਬਿਜੋਰ ਦੀਆਂ ਦਾਖਾਂ ਖਾਣੀਆਂ ਚਾਹੁੰਦਾ ਤੇ ਬਿਜੋਰ ਦੀਆਂ ਦਾਖਾਂ ਖਾਣ ਵਾਸਤੇ ਤੈਨੂੰ ਦਾਖਾਂ ਦੇ ਬੀਜ ਬੀਜਣੇ ਪੈਣਗੇ। ਪਰ ਕਰਦਾ ਕੀ ਤੂੰ ਪਿਆ, ਤੂੰ ਕਿੱਕਰਾਂ ਦੇ ਬੀਜ ਪਾਉਣਾ ਤੇ ਸਾਧ ਸੰਗਤ ਫਿਰ ਚਾਹੁੰਦਾ ਕੀ ਹੈ, ਖਾਣ ਵਾਸਤੇ ਦਾਖਾਂ ਮਿਲ ਜਾਣ। ਇਹ ਭਲਾ ਹੋ ਸਕਦਾ ਕਦੀ? ਇਹ ਨਿਆਂ ਨਹੀਂ ਹੈ ਸਾਧ ਸੰਗਤ, ਇਹ ਵਿਧੀ ਦਾ ਵਿਧਾਨ ਨਹੀਂ ਹੈ, ਇਹ ਕਰਤੇ ਦੀ ਕੁਦਰਤ ਦਾ ਨਿਯਮ ਨਹੀਂ ਹੈ ਸਾਧ ਸੰਗਤ ਜੀ, ਕਿ ਅਸੀਂ ਬੀਜੀਏ ਕੁਝ ਹੋਰ ਤੇ ਫਲ ਕੁਝ ਹੋਰ ਮਿਲਦਾ ਹੋਵੇ। ਜੋ ਬੀਜਾਂਗੇ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਵਾ ਆਏ। ਜਿਹੜਾ ਕੁਝ ਸਰੀਰ ਰੂਪੀ ਖੇਤ ਵਿੱਚ ਅੱਜ ਬੀਜ ਦਿੱਤਾ, ਅੰਤ ਨੂੰ ਗੁਰੂ ਪਿਆਰਿਓ ਜਿਵੇਂ ਖੇਤੀਬਾੜੀ ਕਰਨ ਵਾਲੇ ਕਿਸਾਨ ਵੀਰ ਜਾਣਦੇ ਆ, ਜਿਹੜਾ ਧਰਤੀ ਵਿੱਚ ਅਸੀਂ ਅੱਜ ਬੀਜ ਪਾਉਨੇ ਪਏ ਆ, ਜਿਹੜਾ ਬੂਟਾ ਲਾਉਨੇ ਪਏ ਆ, ਤੇ ਉਹਦਾ ਹੀ ਫਲ ਸਾਨੂੰ ਪ੍ਰਾਪਤ ਹੋਣਾ। ਇਸੇ ਤਰ੍ਹਾਂ ਸਰੀਰ ਵੀ ਖੇਤ ਹੈ, ਇਹ ਵੀ ਧਰਤੀ ਹੈ। ਤੇ ਸਤਿਗੁਰੂ ਜੀ ਵਾਰ-ਵਾਰ ਸਮਝਾਉਂਦੇ ਨੇ, ਕਹਿੰਦੇ ਬੀਜ ਉਹੋ ਜਿਹਾ ਪਾਈ ਜਿਹਦਾ ਤੈਨੂੰ ਫਲ ਚੰਗਾ ਮਿਲ ਜਾਏ। ਪਰ ਅਸੀਂ ਬੀਜ ਕਿਹੜਾ ਪਾਉਂਦੇ ਹਾਂ? ਨਸ਼ਿਆਂ ਦਾ ਬੀਜ ਪਾਉਣ ਵਾਲਾ ਸਾਧ ਸੰਗਤ ਫਿਰ ਰੋਗਾਂ ਦੇ ਵਿੱਚ ਗ੍ਰਸਤ ਹੋ ਕੇ ਜਾਂ ਘਰ-ਬਾਰ ਉਜਾੜ ਕੇ ਤੇ ਦੁਖੀ ਹੋਵੇਗਾ ਨਾ। ਜੇ ਗੁਰਬਾਣੀ ਦਾ ਬੀਜ ਪਾਇਆ, ਅੱਜ ਗੁਰਬਾਣੀ ਦੇ ਲੜ ਲਾਇਆ ਆਪਣੇ ਆਪ ਨੂੰ, ਆਪਣੇ ਬੱਚਿਆਂ ਨੂੰ, ਤੇ ਆਉਣ ਵਾਲੇ ਸਮੇਂ ਦੇ ਵਿੱਚ ਚਿੰਤਾ ਤੇ ਨਹੀਂ ਨਾ ਵੀ ਬੱਚਿਆਂ ਦੀ, ਕਿ ਉਹਨਾਂ ਦੀ ਜਵਾਨੀ ਰੁਲ ਰਹੀ ਹੈ, ਕਿ ਉਹ ਪਤਿਤ ਹੋ ਰਹੇ ਨੇ, ਇਸ ਗੱਲ ਦੀ ਚਿੰਤਾ ਤੇ ਨਹੀਂ ਨਾ। ਬਾਬਾ ਫਰੀਦ ਸਾਹਿਬ ਜੀ ਇਸੇ ਕਰਕੇ ਫਰਮਾਉਂਦੇ ਕਿ ਲੋੜ ਹੈ ਦਾਖ ਬਿਜੋਰੀਆਂ, ਜੇ ਬਿਜੋਰ ਦੀਆਂ ਦਾਖਾਂ ਤੋਂ ਪ੍ਰਾਪਤ ਕਰਨਾ ਚਾਹੁੰਦਾ। ਪਰ ਬੰਦਿਆ ਕਰਮ ਕੀ ਕਰਦਾ ਪਿਆ? ਕਿੱਕਰ ਬੀਜਾ ਜੱਟ। ਤੇ ਕਿਸਾਨੀ ਕਰਨ ਵਾਲਾ ਜੱਟ ਜਿਹੜਾ ਉਹ ਬੀਜ ਕਿੱਕਰਾਂ ਦੇ ਬੀਜਦਾ ਪਿਆ। ਅੱਜ ਇਹ ਐਸੀ ਹਾਲਤ ਹੀ ਹੈ ਸਾਡੀ, ਅੱਜ ਐਸੀ ਹਾਲਤ ਹੀ ਹੈ ਕਿ ਅਸੀਂ ਕਿੱਕਰਾਂ ਦੇ ਬੀਜ ਬੀਜਦੇ ਪਏ ਆ ਤੇ ਬਿਜੋਰ ਦੀਆਂ ਦਾਖਾਂ ਮੰਗਦੇ ਪਏ ਆ ਖਾਣ ਨੂੰ। ਅੱਜ ਅਸੀਂ ਬੱਚਿਆਂ ਦੀ ਬਾਹ ਫੜ ਕੇ ਕਦੀ ਗੁਰੂ ਘਰ ਲਿਆਂਦਾ ਨਹੀਂ, ਕਦੀ ਉਹਨਾਂ ਨੂੰ ਬਾਣੀ ਪੜ੍ਹਾਈ ਨਹੀਂ, ਕਦੀ ਉਹਨਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ ਨਹੀਂ, ਕਦੀ ਸਿੱਖੀ ਦੀ ਪ੍ਰੇਰਨਾ ਉਹਨਾਂ ਨੂੰ ਦਿੱਤੀ ਨਹੀਂ, ਕਦੀ ਇਤਿਹਾਸ ਉਹਨਾਂ ਨੂੰ ਪੜ੍ਹਾਇਆ ਨਹੀਂ, ਸਮਝਾਇਆ ਨਹੀਂ, ਕਦੀ ਗੁਰੂ ਘਰ ਲੈ ਕੇ ਉਹਨਾਂ ਨੂੰ ਗਏ ਨਹੀਂ, ਕਦੀ ਇਤਿਹਾਸਿਕ ਸਥਾਨਾਂ ਦੇ ਉਹਨਾਂ ਨੂੰ ਦਰਸ਼ਨ ਕਰਵਾਏ ਨਹੀਂ। ਤੇ ਸਾਧ ਸੰਗਤ ਬਾਅਦ ਵਿੱਚ ਕਹਿੰਦੇ ਆ ਜੀ ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਨਹੀਂ ਹਨ, ਸਾਡੇ ਬੱਚੇ ਅੰਮ੍ਰਿਤਧਾਰੀ ਨਹੀਂ ਹਨ, ਸਾਡੇ ਬੱਚੇ ਕਹਿਣੇ ਵਿੱਚ ਨਹੀਂ ਹਨ। ਹੁਣ ਦੋਸ਼ ਕਿਹਦਾ ਹੈ ਸਾਧ ਸੰਗਤ? ਇਹਦੇ ਵਿੱਚ ਦੋਸ਼ ਕਿਸੇ ਸੰਸਥਾ ਦਾ ਨਹੀਂ, ਦੋਸ਼ ਕਿਤੇ ਪ੍ਰਮਾਤਮਾ ਦਾ ਨਹੀਂ, ਕਿਉਂਕਿ ਬਾਅਦ ਵਿੱਚ ਅਸੀਂ ਇਹ ਵੀ ਕਹਿ ਦਿੰਦੇ ਆ ਵੀ ਪ੍ਰਮਾਤਮਾ ਤੂੰ ਸਾਡੇ ਨਾਲ ਚੰਗਾ ਨਹੀਂ ਕੀਤਾ। ਹੁਣ ਬੰਦੇ ਦੇ ਕੋਲ ਸੋਝੀ ਹੈ, ਸਮਝ ਹੈ, ਇਹਨੂੰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਐਡਾ ਵੱਡਾ ਗਿਆਨ ਸਮਝਣ ਸਮਝਾਉਣ ਦਾ ਬਲ ਬਖਸ਼ਿਸ਼ ਕੀਤਾ ਹੈ, ਮਤ ਬਖਸ਼ਿਸ਼ ਕੀਤੀ ਹੈ। ਤੇ ਜੇਕਰ ਅਸੀਂ ਉਸ ਗਿਆਨ ਨੂੰ ਕਦੀ ਸਮਝਿਆ ਨਹੀਂ, ਪੜ੍ਹਿਆ ਨਹੀਂ, ਵਿਚਾਰਿਆ ਨਹੀਂ, ਤੇ ਗੁਰੂ ਪਿਆਰਿਓ ਫੇਰ ਇਹਦੇ ਵਿੱਚ ਦੋਸ਼ ਕਿਸੇ ਦੂਜੇ ਦਾ ਤਾਂ ਨਹੀਂ ਨਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਬੜੇ ਪਿਆਰੇ ਸ਼ਬਦਾਂ ਦੇ ਰਾਹੀਂ ਅੱਜ ਸਮਝਾਉਣਾ ਕੀਤਾ ਹੈ ਵੀ ਭਾਈ ਕਰਮ ਉਹੋ ਜਿਹਾ ਕਰ, ਕਰਮ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇ ਪਾਣੀ। ਧਰਤੀ ਨੂੰ ਕਰਮ ਰੂਪੀ ਖੇਤ ਬਣਾ ਲੈ ਤੇ ਸਾਧ ਸੰਗਤ ਬੀਜ ਜਿਹੜਾ ਉਹ ਸ਼ਬਦ ਦਾ ਪਾਉਣਾ ਸ਼ੁਰੂ ਕਰ ਦੇ, ਗੁਰਬਾਣੀ ਦੀ ਵਿਚਾਰ ਦਾ ਬੀਜ ਪਾਉਣਾ ਸ਼ੁਰੂ ਕਰ ਦੇ ਆ ਸਰੀਰ ਰੂਪੀ ਧਰਤੀ ਦੇ ਅੰਦਰ। ਸੱਚ ਕੀ ਆਬ ਨਿਤ ਦੇ ਪਾਣੀ। ਤੇ ਸਾਧ ਸੰਗਤ ਸੱਚ ਦੀ ਆਬ ਭਾਵ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਨੂੰ ਮੰਨ ਕੇ ਸਾਧ ਸੰਗਤ ਸੱਚ ਤੇ ਪਹਿਰਾ ਦਿੰਦਿਆਂ ਹੋਇਆਂ ਝੂਠ ਨੂੰ ਛੱਡ ਕੇ ਆ ਰੋਜ਼ ਇਸ ਖੇਤ ਨੂੰ ਸਿੰਜਣਾ ਸ਼ੁਰੂ ਕਰ ਦੇ। ਫਿਰ ਕੀ ਹੋਵੇਗਾ? ਉਸ ਮਾਲਕ ਦੀ ਰਹਿਮਤ ਦੇ ਸਦਕਾ ਸਾਧ ਸੰਗਤ ਫਿਰ ਜਿਹੜਾ ਬੂਟਾ ਪੈਦਾ ਹੋਣਾ ਨਾ ਉਹਦੇ ਵਿੱਚੋਂ, ਉਹ ਬੂਟਾ ਜਿਹੜਾ ਉਹ ਸੁੱਖਾਂ ਰੂਪੀ ਬੂਟਾ ਪੈਦਾ ਹੋਵੇਗਾ, ਦੁੱਖਾਂ ਰੂਪੀ ਬੂਟਾ ਪੈਦਾ ਨਹੀਂ ਹੋਣ ਲੱਗਾ। ਸੁੱਖ ਬੀਜਾਂਗੇ ਤੇ ਸੁੱਖ ਮਿਲੇਗਾ। ਅੱਜ ਸੁੱਖ ਦੁਨੀਆ ਦਾ ਮੰਗਾਂਗੇ ਤੇ ਸਾਡੇ ਘਰ ਵੀ ਸੁੱਖ ਹੋਵੇਗਾ। ਸਾਧ ਸੰਗਤ ਪਰ ਸਾਡੀ ਸੋਚ ਕੀ ਹੈ? ਅਸੀਂ ਦੂਜਿਆਂ ਦਾ ਮਾੜਾ ਸੋਚਦੇ ਹਾਂ, ਦੂਜਿਆਂ ਪ੍ਰਤੀ ਸਾਡੇ ਮਨ ਅੰਦਰ ਈਰਖਾ ਹੁੰਦੀ ਹੈ, ਵੈਰ ਹੁੰਦਾ ਹੈ, ਤੇ ਸਾਡੇ ਘਰ ਕਿਵੇਂ ਸੁੱਖ ਹੋ ਜਾਏਗਾ? ਜਿਸ ਕੇ ਅੰਤਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ।
ਜਿਹਦੇ ਅੰਦਰ ਪਰਾਈ ਤਾਤ ਦੂਜੇ ਦੇ ਪ੍ਰਤੀ ਈਰਖਾ ਹੋਵੇ ਤੇ ਸਾਧ ਸੰਗਤ ਕਦੇ ਸੋਚੋ ਕਿ ਉਹਦੇ ਘਰ ਦੇ ਵਿੱਚ ਕਦੀ ਭਲਾ ਹੋ ਸਕਦਾ, ਸੁੱਖ ਵਰਤ ਸਕਦਾ। ਪਰ ਅਸੀਂ ਸਾਧਨ ਹੋਰ ਲੱਭ ਲਏ, ਹੋਰ ਸੋਚਾਂ ਹੋ ਗਈਆਂ ਸਾਡੀਆਂ ਵੀ ਸ਼ਾਇਦ ਇਸ ਤਰੀਕੇ ਦੇ ਨਾਲ ਸਾਡੇ ਘਰ ਦੇ ਵਿੱਚ ਸੁੱਖ ਆ ਜਾਏਗਾ। ਜੀ ਹਾਂ, ਦੂਜੇ ਦੀ ਚੜ੍ਹਦੀ ਕਲਾ ਜਿਹੜੀ ਅਸੀਂ ਉਹ ਰੋਕ ਦਈਏ, ਦੂਜੇ ਨੂੰ ਅਸੀਂ ਖਤਮ ਕਰ ਦਈਏ, ਦੂਜੇ ਦਾ ਕਾਰੋਬਾਰ ਅਸੀਂ ਫੇਲ ਕਰ ਦਈਏ ਤੇ ਸੋਚਦੇ ਹਾਂ ਵੀ ਇਹਦੇ ਨਾਲ ਸ਼ਾਇਦ ਸਾਡੇ ਘਰ ਵਿੱਚ ਸੁੱਖ ਹੋਵੇਗਾ। ਸਾਧ ਸੰਗਤ ਨਹੀਂ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ। ਬਾਬਾ ਫਰੀਦ ਸਾਹਿਬ ਜੀ ਦੇ ਬਚਨ ਆਪਾਂ ਪੜ੍ਹ ਰਹੇ ਸਾਂ। ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਇਨ ਦਾ ਪੈਦਾ ਲੋੜੈ ਪੱਟ। ਜੇ ਉਹਨੇ ਇਕੱਠੀ ਕਰਦਾ ਰਿਹਾ ਸਾਰੀ ਉਮਰ ਤੇ ਪਹਿਨਣ ਨੂੰ ਆਖੇ ਮੈਨੂੰ ਪੱਟ ਰੇਸ਼ਮ ਮਿਲ ਜਾਏ ਤੇ ਉਹ ਤਾਂ ਕਦੀ ਹੋ ਨਹੀਂ ਨਾ ਸਕਦਾ, ਕਿਉਂਕਿ ਇਕੱਠੀ ਤਾਂ ਤੂੰ ਉਹਨ ਕੀਤੀ ਹੋਈ ਹੈ। ਵਾ ਜੋ ਇਕੱਠਿਆ ਕੀਤਾ ਹੈ, ਜੋ ਕੁਝ ਤੂੰ ਇਕੱਤਰਿਤ ਕੀਤਾ ਹੈ, ਅਸਲ ਦੇ ਵਿੱਚ ਉਹੀ ਕੁਝ ਤੈਨੂੰ ਪਹਿਨਣਾ ਪਏਗਾ ਨਾ, ਉਹੀ ਕੁਝ ਹੰਡਾਉਣਾ ਪਏਗਾ। ਇਸੇ ਕਰਕੇ ਕਰਮ ਐਸਾ ਕਰੀਏ ਕਿ ਜਿਸ ਕਰਮ ਦੇ ਸਦਕਾ ਸਾਡਾ ਸੰਸਾਰ ਦੇ ਵਿੱਚ ਸਾਧ ਸੰਗਤ ਸਤਿਕਾਰ ਬਣ ਜਾਏ, ਸਾਡੀ ਸ਼ੋਭਾ ਹੋਵੇ, ਜਿਸ ਨਾਲ ਸਾਡੇ ਪਰਿਵਾਰ ਦੀ ਸ਼ੋਭਾ ਹੋਵੇ, ਧੀਆਂ ਪੁੱਤਰਾਂ ਬੱਚਿਆਂ ਦੀ ਸ਼ੋਭਾ ਹੋਵੇ। ਕਰਮ ਇਹੋ ਜਿਹਾ ਕਰਕੇ ਜਾਈਏ। ਤੇ ਮਾੜਾ ਕਰਮ ਕਰਨ ਵਾਲਾ ਹਮੇਸ਼ਾ ਹੀ ਦੁਨੀਆ ਦੀਆਂ ਅੱਖਾਂ ਦੇ ਸਾਹਮਣੇ ਸਾਧ ਸੰਗਤ ਮਾੜਾ ਹੀ ਰਹਿੰਦਾ ਹੈ, ਚਾਹੇ ਉਹ ਜਿਉਂਦਾ ਹੈ ਤੇ ਚਾਹੇ ਉਹ ਮਰ ਜਾਂਦਾ ਹੈ। ਲੋਕ ਹਮੇਸ਼ਾ ਹੀ ਗੁਰੂ ਪਿਆਰੇ ਉਹਦੇ ਉੱਪਰ ਸਵਾਲ ਚੁੱਕਦੇ ਰਹਿੰਦੇ ਨੇ ਕਿ ਹਾਂ ਉਹ ਐਸਾ ਸੀ। ਹੁਣ ਜੇ ਦੁਨੀਆ ਅੰਦਰ ਔਰੰਗਜ਼ੇਬ ਵਰਗਾ ਬਾਦਸ਼ਾਹ ਆਇਆ, ਜਹਾਂਗੀਰ ਆਇਆ, ਸਾਧ ਸੰਗਤ ਹੁਣ ਕਰਮ ਉਹਨਾਂ ਦੇ ਕਿਹੋ ਜਿਹੇ ਸਨ। ਕਰਮ ਕਰਨ ਵਾਲਾ ਗੁਰੂ ਪਿਆਰਿਓ ਜਿਹੇ ਜਿਹੇ ਕਰਮ ਕਰਕੇ ਗਿਆ, ਅੱਜ ਉਸੇ ਹੀ ਗੁਨਾਹ ਦਾ ਭਾਗੀਦਾਰ ਬਣ ਕੇ ਉਹ ਫਲ ਭੁਗਤਦਾ ਪਿਆ। ਤੇ ਚੰਗੇ ਕਰਮ ਕਰਨ ਵਾਲਾ ਜੇਕਰ ਕੋਈ ਉਹ ਗੁਰੂ ਘਰ ਦਾ ਸੇਵਕ ਬਣ ਗਿਆ, ਸਿੱਖ ਬਣ ਗਿਆ, ਗੁਰੂ ਦੇ ਸ਼ਰਣੀ ਪੈ ਗਿਆ, ਆਪਣੀਆਂ ਭੁੱਲਾਂ ਬਖਸ਼ਾ ਕੇ ਸਤਿਗੁਰ ਦੀ ਓਟ ਤੱਕ ਲੈਂਦਾ, ਸਾਧ ਸੰਗਤ ਉਹਦੇ ਕਰਮ ਬਦਲ ਗਏ। ਉਹਦੇ ਕਰਮ ਬਦਲੇ ਤੇ ਉਹਦਾ ਜੀਵਨ ਬਦਲ ਗਿਆ। ਗੁਰੂ ਦੀ ਰਹਿਮਤ ਦੇ ਨਾਲ ਉਹਦੀ ਸਾਧ ਸੰਗਤ ਇਹ ਸੰਸਾਰ ਦੇ ਵਿੱਚ ਆਵਾਗਾਉਣ ਦੀ ਜਿਹੜੀ ਰੀਤ ਖਤਮ ਹੋ ਗਈ। ਸੋ ਕਰਮ ਐਸਾ ਕਰੀਏ। ਸਾਹਿਬ ਜੀ ਫਰਮਾਉਂਦੇ, ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਕਿ ਦੋਸ਼ ਦੂਜੇ ਦੇ ਸਿਰ ਨਹੀਂ ਹੈ, ਕੋਈ ਦੂਜਾ ਇਹਦੇ ਵਿੱਚ ਗੁਨਾਹਗਾਰ ਨਹੀਂ ਹੈ। ਕਿਸੇ ਦੂਜੇ ਸਿਰ ਦੋਸ਼ ਨਾ ਮੜਿਆ ਕਰ। ਜੋ ਕਰਮ ਤੂੰ ਕਰੇਗਾ ਉਹ ਕਰਮਾਂ ਦਾ ਗੁਨਾਹਗਾਰ, ਦੋਸ਼ੀ ਜਾਂ ਉਹਨਾਂ ਕਰਮਾਂ ਦਾ ਫਲ ਤੇ ਜਾਂ ਉਹਨਾਂ ਕਰਮਾਂ ਦਾ ਦੰਡ ਉਹ ਤੇਰੇ ਸਿਰ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਤੇ ਬੰਦਾ ਸਾਧ ਸੰਗਤ ਚੰਗੇ ਕਰਮ ਉਦੋਂ ਕਰਦਾ ਜਦੋਂ ਪ੍ਰਮਾਤਮਾ ਦੇ ਲੜ ਲੱਗਿਆ ਰਹਿੰਦਾ ਹੈ। ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਤੇ ਫਿਰ ਮਾੜੇ ਕਰਮ ਕਰਦਾ ਹੈ। ਫਿਰ ਇਹ ਮੰਦ ਕਰਮੀ ਬਣ ਜਾਂਦਾ ਹੈ। ਇਹਦੇ ਅੰਦਰ ਵਿਕਾਰ ਨੇ, ਇਹਦੇ ਅੰਦਰ ਈਰਖਾ ਹੈ, ਇਹਦੇ ਅੰਦਰ ਵੈਰ ਭਾਵਨਾ, ਦੁਸ਼ਮਣ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਤੇ ਸਾਹਿਬ ਜੀ ਫਰਮਾਉਂਦੇ, ਸਾਰੇ ਫਿਰ ਰੋਗ ਜਿਹੜੇ ਨੇ ਨਾ ਉਹ ਤਾਂ ਨੇ ਕਿ ਪ੍ਰਮਾਤਮਾ ਨੂੰ ਤੂੰ ਭੁੱਲ ਜਾਂਦਾ ਹੈ। ਜੇ ਪ੍ਰਮਾਤਮਾ ਚੇਤੇ ਦੇ ਵਿੱਚ ਹੈ, ਤੁਧ ਚਿਤ ਆਵੈ ਮਹਾ ਆਨੰਦਾ। ਜੇ ਪ੍ਰਮਾਤਮਾ ਚੇਤੇ ਦੇ ਵਿੱਚ ਹੈ ਤੇ ਸਾਧ ਸੰਗਤ ਮਹਾ ਆਨੰਦ ਹੈ ਜ਼ਿੰਦਗੀ ਦੇ ਅੰਦਰ। ਤੇ ਜੇ ਵਿਸਰ ਗਿਆ, ਪ੍ਰਮਾਤਮਾ ਨੂੰ ਭੁਲਾ ਦਿੱਤਾ, ਸਭੇ ਦੁੱਖ ਸੰਤਾਪ ਜਾਂ ਤੁਧੋਂ ਭੁੱਲੀਐ। ਪ੍ਰਮਾਤਮਾ ਨੂੰ ਭੁੱਲ ਗਏ ਤੇ ਸਾਰੇ ਦੁੱਖ ਸੰਤਾਪ, ਚਿੰਤਾ, ਝੋਰੇ, ਫਿਕਰ ਇਸ ਬੰਦੇ ਨੂੰ ਆਣ ਘੇਰਦੇ ਆ। ਜੇ ਕੀਚਨ ਲੱਖ ਉਪਾਵ ਤਾਂ ਕਹੀ ਨਾ ਭੁੱਲੀਐ। ਤੇ ਬੰਦਾ ਉਹਨਾਂ ਫਿਕਰਾਂ, ਰੋਗਾਂ ਦੀ, ਚਿੰਤਾ ਦੀ ਦਵਾਈ ਬਾਹਰੋਂ ਲੈਂਦਾ ਫਿਰਦਾ ਹੈ, ਉਹਨਾਂ ਦਾ ਸਾਧ ਸੰਗਤ ਉਪਚਾਰ ਬਾਹਰੋਂ ਕਰਾਉਂਦਾ ਫਿਰਦਾ, ਢੂੰਡਦਾ ਵੀ ਕੋਈ ਐਸਾ ਮਿਲ ਜਾਏ ਸਾਡੇ ਚਿੰਤਾ ਦੁੱਖ ਦੂਰ ਕਰ ਦੇਵੇ। ਪਰ ਇਹ ਨਹੀਂ ਸੋਚਦਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰ ਪਰਮਾਤਮਾ ਨੂੰ ਚੇਤੇ ਕਰ। ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ, ਜੇ ਚੇਤੇ ਕਰੇਗਾ ਤੇਰੇ ਦੁੱਖ ਖਤਮ ਹੋ ਜਾਣਗੇ, ਤੇਰੇ ਕਲ ਕਲੇਸ਼ ਮੁੱਕ ਜਾਣਗੇ। ਪਰ ਅਸੀਂ ਤਾਂ ਕਹਿੰਦੇ ਹਾਂ ਜੀ ਕੋਈ ਸਵਾਹ ਦੀਆਂ ਪੁੜੀਆਂ ਦੇ ਦੇ, ਕੋਈ ਧਾਗੇ ਦੇ ਦੇ, ਕੋਈ ਸਾਡੇ ਸਿਰ ਤੇ ਹੱਥ ਰੱਖ ਦੇ, ਕੋਈ ਸਾਡਾ ਹੱਥ ਹੌਲਾ ਕਰ ਦੇ, ਤੇ ਸ਼ਾਇਦ ਇਹਦੇ ਨਾਲ ਸਾਡੇ ਦੁੱਖ ਦੂਰ ਹੋ ਜਾਣਗੇ। ਇਹ ਦੂਜੇ ਉਪਚਾਰ ਕਰਦਾ ਫਿਰਦਾ। ਸਾਹਿਬ ਜੀ ਫਰਮਾਉਂਦੇ ਨੇ, ਨਹੀਂ ਭਲਿਆ,
ਇਸ ਤਰ੍ਹਾਂ ਦੀਆਂ ਗੱਲਾਂ ਨਾਲ ਤੇਰਾ ਭਲਾ ਨਹੀਂ ਹੋਣਾ। ਪਰਮਾਤਮਾ ਨੂੰ ਭੁੱਲਣ ਕਰਕੇ ਤੂੰ ਰੋਗੀ ਬਣ ਗਿਆ, ਕਿਉਂਕਿ ਪਰਮਾਤਮਾ ਅਕਾਲ ਪੁਰਖ ਨੂੰ ਵਿਸਾਰਨ ਵਾਲਾ ਖੁਆਰ ਹੁੰਦਾ ਹੈ। ਹਰ ਬਿਸਰਤ ਸਦਾ ਖੁਆਰੀ, ਉਹ ਖੁਆਰ ਹੋਵੇਗਾ। ਅੱਜ ਖੁਆਰ ਹੋ ਰਹੇ ਆ ਜੇ ਗੁਰੂ ਨਾਲ ਟੁੱਟ ਜਾਂਦੇ ਆ। ਅੱਜ ਸਾਧ ਸੰਗਤ ਦੋਸ਼ੀ ਗੁਨਾਹਗਰ ਬਣ ਰਹੇ ਆ ਜੇਕਰ ਗੁਰੂ ਨਾਲੋਂ ਟੁੱਟ ਜਾਂਦੇ ਆ। ਜੇ ਗੁਰੂ ਦੇ ਲੜ ਲੱਗਾਂਗੇ ਤੇ ਖੁਆਰ ਨਹੀਂ ਹੋਵਾਂਗੇ। ਧੰਨ ਸੀ ਮਾਤਾ ਜਿੰਦ ਕੌਰ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਹਿਲ, ਉਹਨਾਂ ਦੀ ਪਤਨੀ, ਸਭ ਤੋਂ ਛੋਟੀ ਪਤਨੀ ਹੈ ਰਾਣੀ ਜਿੰਦਾਂ। ਜਿਸ ਵਕਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ, ਅੰਗਰੇਜ਼ਾਂ ਨੇ ਕੀ ਕੀਤਾ, ਰਾਣੀ ਜਿੰਦਾਂ ਨੂੰ ਸ਼ੇਖੂਪੁਰੇ ਦੇ ਕਿਲੇ ਦੇ ਵਿੱਚ ਨਜ਼ਰਬੰਦ ਕਰ ਦਿੱਤਾ। ਮੈਂ ਬੇਨਤੀ ਕਰਨ ਲੱਗਾ ਕਿ ਜੇ ਪ੍ਰਮਾਤਮਾ ਨੂੰ ਭੁੱਲ ਗਏ ਤੇ ਖੁਆਰ ਹੋਵਾਂਗੇ, ਪਰ ਜੇ ਰੱਬ ਚੇਤੇ ਹੈ, ਜੇ ਉਸ ਪ੍ਰਮਾਤਮਾ ਦੇ ਲੜ ਲੱਗੇ ਆ ਤੇ ਸਾਧ ਸੰਗਤ ਫਿਰ ਕੋਈ ਚਿੰਤਾ ਨਹੀਂ, ਕੋਈ ਦੁੱਖ ਨਹੀਂ ਹੈ, ਬੇਪਰਵਾਹੀ ਹੈ। ਰਾਣੀ ਜਿੰਦਾਂ ਨੂੰ ਸ਼ੇਖੂਪੁਰੇ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ, ਕਿਉਂਕਿ ਰਾਣੀ ਜਿੰਦਾਂ ਆਪਣੇ ਸਭ ਤੋਂ ਛੋਟੇ ਸੁਪੁੱਤਰ ਕੰਵਰ ਦਲੀਪ ਸਿੰਘ ਜੀ ਨੂੰ ਉਪਦੇਸ਼ ਦਿੰਦੀ ਹੈ, ਸਮਝਾਉਂਦੀ ਹੈ। ਕੰਵਰ ਦਲੀਪ ਸਿੰਘ ਇੱਕੋ ਇੱਕ ਪੁੱਤਰ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਜਿਉਂਦੇ ਬਚੇ ਸਨ। ਉਸ ਵਕਤ ਡੋਗਰਾਂ ਨੇ ਤੇ ਅੰਗਰੇਜ਼ਾਂ ਨੇ ਮਿਲ ਕੇ ਸਾਰਾ ਰਾਜ ਭਾਗ ਸਿੱਖ ਰਾਜ ਸਮਾਪਤ ਕਰ ਦਿੱਤਾ, ਖਤਮ ਕਰ ਦਿੱਤਾ ਉਸ ਵਕਤ। ਹੁਣ ਅੰਗਰੇਜ਼ਾਂ ਨੇ ਸੋਚਿਆ ਜੇ ਰਾਣੀ ਜਿੰਦਾਂ ਜਿਉਂਦੀ ਰਹੀ, ਇਹਨਾਂ ਦਾ ਪੁੱਤ ਕੰਵਰ ਦਲੀਪ ਸਿੰਘ ਇਹਨਾਂ ਦੇ ਪਾਸ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬੜੀ ਵੱਡੀ ਫਿਰ ਤਾਕਤ ਖੜੀ ਹੋ ਜਾਣੀ ਹੈ। ਇਸੇ ਕਰਕੇ ਇਹਨਾਂ ਨੇ ਕੀ ਕੀਤਾ ਕਿ ਧੋਖੇ ਦੇ ਨਾਲ ਮਹਾਰਾਜਾ ਦਲੀਪ ਸਿੰਘ ਨੂੰ ਇਹ ਅੰਗਰੇਜ਼ ਇੰਗਲੈਂਡ ਲੈ ਗਏ, ਯੂਕੇ ਦੀ ਧਰਤੀ ਤੇ ਲੈ ਗਏ। ਰਾਣੀ ਜਿੰਦਾਂ ਨੂੰ ਇੱਥੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ। 7 ਸਾਲ ਦੀ ਉਮਰ ਸੀ ਕੰਵਰ ਦਲੀਪ ਸਿੰਘ ਦੀ ਉਸ ਵਕਤ। ਅੰਗਰੇਜ਼ ਚਾਹੁੰਦੇ ਸਨ ਸਿੱਖ ਰਾਜ ਖਤਮ ਹੋ ਜਾਏ, ਸਿੱਖ ਰਾਜ ਭਾਗ ਨੂੰ ਮਿਟਾ ਦਈਏ, ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਨਿਸ਼ਾਨੀ ਖਤਮ ਹੋ ਜਾਏ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵੀ ਗੁਰੂ ਘਰ ਦੇ ਸ਼ਰਧਾਲੂ ਨੇ, ਸਿੱਖੀ ਪ੍ਰੇਮ ਨੇਮ ਵਿੱਚ ਜਿਉਂਦੇ ਨੇ, ਤੇ ਦੁਬਾਰਾ ਫਿਰ ਸਿੱਖੀ ਦੇ ਅੰਦਰ ਜਜ਼ਬਾ ਭਰਨ ਵਾਲਾ ਕੋਈ ਬਾਕੀ ਨਾ ਰਵੇ। ਇਸੇ ਕਰਕੇ ਕੰਵਰ ਦਲੀਪ ਸਿੰਘ ਨੂੰ ਇਹਨਾਂ ਨੇ 7 ਸਾਲ ਦੀ ਉਮਰ ਦੇ ਵਿੱਚ ਜਦੋਂ ਯੂਕੇ ਲਿਜਾਇਆ, ਉੱਥੇ ਇਹਨਾਂ ਨੇ ਹੌਲੀ ਹੌਲੀ ਕੋਸ਼ਿਸ਼ ਕਰਕੇ ਡਰਾ ਕੇ, ਧਮਕਾ ਕੇ, ਕਈ ਹੋਰ ਤਰੀਕਿਆਂ ਨਾਲ ਪ੍ਰਭਾਵਿਤ ਕਰਕੇ ਕੰਵਰ ਦਲੀਪ ਸਿੰਘ ਨੂੰ ਸਾਧ ਸੰਗਤ ਇਹਨਾਂ ਨੇ ਕੇਸ ਕੱਟਣ ਤੇ ਮਜਬੂਰ ਕਰ ਦਿੱਤਾ ਹੈ। ਕੰਵਰ ਦਲੀਪ ਸਿੰਘ ਦੇ ਸਿਰ ਤੇ ਹੁਣ ਦਸਤਾਰ ਵੀ ਨਹੀਂ, ਉਹਨਾਂ ਦੇ ਕੇਸ ਵੀ ਕੱਟ ਦਿੱਤੇ ਗਏ, ਕਤਲ ਕਰ ਦਿੱਤੇ ਗਏ। ਇਧਰ ਰਾਣੀ ਜਿੰਦਾਂ ਕਿਸੇ ਤਰੀਕੇ ਕਿਲੇ ਵਿੱਚੋਂ ਨਿਕਲਦੀ ਹੈ, ਹੌਲੀ ਹੌਲੀ ਕਿਸੇ ਨਾ ਕਿਸੇ ਸਹਾਰੇ ਦੇ ਨਾਲ ਨੇਪਾਲ ਦੇ ਰਾਜੇ ਜੰਗ ਬਹਾਦਰ ਸਿੰਘ ਦੇ ਕੋਲ ਪਹੁੰਚਦੀ ਹੈ। ਜੰਗ ਬਹਾਦਰ ਸਿੰਘ ਇਹ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦਾ ਬੜਾ ਨਜ਼ਦੀਕੀ ਸੀ, ਪਰਮ ਮਿੱਤਰ ਸੀ। ਇਹਨੇ ਰਾਣੀ ਜਿੰਦਾਂ ਨੂੰ ਬੜੇ ਚੰਗੇ ਢੰਗ ਨਾਲ ਆਪਣੇ ਪਾਸ ਰੱਖਿਆ, ਪਨਾਹ ਦਿੱਤੀ। ਉਹਦੇ ਦੁੱਖ ਸੁੱਖ ਨੂੰ ਸੰਭਾਲਣ ਵਾਸਤੇ ਰਾਣੇ ਜੰਗ ਬਹਾਦਰ ਨੇ ਕਿਸੇ ਤਰ੍ਹਾਂ ਦੀ ਕੋਈ ਕਸਰ ਨਾ ਛੱਡੀ। ਰਾਣੀ ਜਿੰਦਾਂ ਸਾਧ ਸੰਗਤ ਆਪਣੇ ਪੁੱਤ ਤੋਂ ਵਿਛੜੀ ਸੀ, ਰਾਜ ਭਾਗ ਵੀ ਖਤਮ ਹੋ ਚੁੱਕਾ ਹੈ। ਇਸੇ ਕਰਕੇ ਬੜਾ ਇਹਦੇ ਅੰਦਰ ਦਰਦ ਹੁੰਦਾ ਸੀ ਤੇ ਕਈ ਵਾਰ ਬੈਠੀ ਬੈਠੀ ਉੱਚੀ ਉੱਚੀ ਰੋਂਦੀ ਹੈ। ਉਸ ਸਮੇਂ ਨੂੰ ਯਾਦ ਕਰਕੇ ਰੋਂਦੀ ਹੈ। ਰਾਣਾ ਜੰਗ ਬਹਾਦਰ ਸਹਾਰਾ ਦਿੰਦਾ ਹੈ, ਸਮਝਾਉਂਦਾ ਹੈ, ਭੈਣਾ ਵਾਂਗ ਪਿਆਰ ਕਰਦਾ ਰਾਣੀ ਜਿੰਦਾਂ ਨੂੰ, ਤੇ ਰਾਣੀ ਜਿੰਦਾਂ ਨੂੰ ਹੌਸਲਾ ਦਿੰਦਾ ਹੋਇਆ ਕਹਿੰਦਾ ਹੈ ਕਿ ਰਾਣੀ ਜਿੰਦ ਕੌਰ, ਹੁਣ ਰੋਣ ਦਾ ਕੋਈ ਫਾਇਦਾ ਨਹੀਂ, ਕੋਈ ਗੱਲ ਨਹੀਂ, ਰਾਜ ਭਾਗ ਚਲਾ ਗਿਆ, ਤੂੰ ਉਸ ਪ੍ਰਮਾਤਮਾ ਅਕਾਲ ਪੁਰਖ ਦਾ ਭਰੋਸਾ ਰੱਖ, ਆਪਣਾ ਜੀਵਨ ਜਿਹੜਾ ਹੈ ਉਹ ਅੱਗੇ ਵਧਾ, ਹੁਣ ਇਸ ਤਰ੍ਹਾਂ ਦੁਖੀ ਨਾ ਹੋਇਆ ਕਰ। ਤੇ ਰਾਣੀ ਜਿੰਦਾਂ ਕਹਿਣ ਲੱਗੀ, ਕਹਿੰਦੀ ਵੀਰ ਰਾਣਾ ਜੰਗ ਬਹਾਦਰ, ਮੇਰੀ ਇੱਕ ਬੇਨਤੀ ਆ ਵੀ ਮੈਨੂੰ ਹੋਰ ਕਿਸੇ ਗੱਲ ਦਾ ਦੁੱਖ ਨਹੀਂ ਹੁਣ ਸਤਾਉਂਦਾ, ਬਸ ਇੱਕ ਗੱਲ ਦੀ ਚਿੰਤਾ ਹੈ ਕਿ ਮੇਰਾ ਪੁੱਤ ਕੰਵਰ ਦਲੀਪ ਸਿੰਘ ਕਿਵੇਂ ਹੈ। ਉਹਨਾਂ ਨੇ ਮੇਰੇ ਤੋਂ ਵਿਛੋੜ ਦਿੱਤਾ, ਅੰਗਰੇਜ਼ਾਂ ਨੇ ਉਹਨਾਂ ਨੂੰ ਇੰਗਲੈਂਡ ਦੀ ਧਰਤੀ ਤੇ ਲਿਜਾ ਕੇ ਪਤਾ ਨਹੀਂ ਉਹਦੇ ਨਾਲ ਕੀ ਕੀਤਾ ਹੋਣਾ। ਮੇਰੀ ਬੇਨਤੀ ਹੈ ਕਿ ਇੱਕ ਵਾਰ ਆ ਜ਼ਿੰਦਗੀ ਰਹਿੰਦਿਆਂ ਮੈਨੂੰ ਆਪਣੇ ਪੁੱਤ ਨਾਲ ਤੁਸੀਂ ਮਿਲਾ ਦਿਓ। ਰਾਣਾ ਜੰਗ ਬਹਾਦਰ ਨੇ ਕੋਸ਼ਿਸ਼ਾਂ ਸ਼ੁਰੂ ਕੀਤੀਆਂ, ਕੋਸ਼ਿਸ਼ਾਂ ਸਫਲ ਹੋਈਆਂ 14 ਸਾਲ ਬਾਅਦ। 7 ਸਾਲ ਦੇ ਸਨ ਦਲੀਪ ਸਿੰਘ ਜਦੋਂ ਅੰਗਰੇਜ਼ ਲੈ ਗਏ,
14 ਸਾਲ ਬਾਅਦ ਸਾਧ ਸੰਗਤ ਰਾਣੀ ਜਿੰਦ ਕੌਰ ਨੂੰ ਆਪਣੇ ਪੁੱਤਰ ਕੰਵਰ ਦਲੀਪ ਸਿੰਘ ਨਾਲ ਮਿਲਣ ਦਾ ਸਮਾਂ ਮਿਲਿਆ ਕਲਕੱਤੇ ਦੀ ਬੰਦਰਗਾਹ ਤੇ। ਪਰ ਇੱਕ ਭਾਣਾ ਉਸ ਵਕਤ ਤੱਕ ਹੋਰ ਵਾਪਰ ਚੁੱਕਾ ਸੀ। ਰਾਣੀ ਜਿੰਦਾਂ ਹਰ ਸਮੇਂ ਦੁਖੀ ਰਹਿੰਦੀ ਸੀ, ਰੋਂਦੀ ਰਹਿੰਦੀ ਸੀ, ਅੱਖਾਂ ਭਰਦੀਆਂ, ਅੱਖਾਂ ਵਿੱਚੋਂ ਹੰਝੂ ਕੇਰਦੀ, ਪੁੱਤ ਦੇ ਵਿਜੋਗ ਵਿੱਚ, ਸ਼ੇਰੇ ਪੰਜਾਬ ਜੀ ਦੇ ਵਿਜੋਗ ਦੇ ਵਿੱਚ। ਤੇ ਰੋ ਰੋ ਕੇ ਇਹ ਰਾਣੀ ਅੰਨੀ ਹੋ ਚੁੱਕੀ ਸੀ, ਇਹਦੇ ਅੱਖਾਂ ਦੀ ਦੇਖਣ ਦੀ ਸ਼ਕਤੀ ਖਤਮ ਹੋ ਗਈ ਸੀ। ਅੱਜ ਜੇ ਪੁੱਤਰ ਨੂੰ ਮਿਲਣ ਦਾ ਮੌਕਾ ਮਿਲਿਆ, ਪਰ ਅੰਦਰ ਇੱਕ ਗੱਲ ਦਾ ਹੋਰ ਰੋਸ ਵੀ ਸੀ ਕਿ ਪ੍ਰਮਾਤਮਾ, ਕਿ ਇਹ ਨੈਣਾ ਦੀ ਜੋਤ ਜੇਕਰ ਹੁੰਦੀ ਤੇ ਮੈਂ ਆਪਣੇ ਨੌਜਵਾਨ ਪੁੱਤਰ ਨੂੰ ਨਿਹਾਰਦੀ, ਵੇਖਦੀ ਕਿੰਨਾ ਸੋਹਣਾ ਮੇਰਾ ਪੁੱਤਰ ਅੱਜ ਸੋਹਣੀ ਦਸਤਾਰ ਸਜਾ ਕੇ, ਕਿੰਨਾ ਸੋਹਣਾ ਕੇਸ ਦਾੜੀ ਸਲਾਮਤ ਹੋਵੇਗਾ ਉਹਦਾ, ਤੇ ਮੇਰੇ ਸਾਹਮਣੇ ਜਦੋਂ ਗੱਭਰੂ ਜਵਾਨ ਮੇਰਾ ਪੁੱਤਰ ਖੜਾ ਹੋਵੇਗਾ, ਮੈਂ ਸੀਨੇ ਨਾਲ ਲਾ ਕੇ ਉਹਨੂੰ ਪਿਆਰ ਦਿਆਂਗੀ। ਬੜਾ ਕੁਝ ਆਪਣੇ ਮਨ ਦੇ ਵਿੱਚ ਤਸਵੀਰਾਂ ਬਣਾਉਂਦੀ ਆ ਆਪਣੇ ਪੁੱਤ ਦੀਆਂ। ਪਰ ਕੀ ਕਰਾਂ, ਇਸ ਨਿਰਭਾਗੀ ਦੀਆਂ ਹੁਣ ਅੱਖਾਂ ਹੀ ਨਹੀਂ, ਇਹ ਵੇਖ ਹੀ ਨਹੀਂ ਸਕਦੀ ਆਪਣੇ ਪੁੱਤ ਨੂੰ। ਇਸ ਤਰ੍ਹਾਂ ਦੇ ਸ਼ਿਕਵੇ ਕਰਦੀ ਹੋਈ ਨਾ ਜਦੋਂ ਰਾਣੀ ਗੁਰੂ ਪਿਆਰਿਓ ਪਹੁੰਚੀ ਹੈ ਬੰਦਰਗਾਹ ਦੇ ਉੱਪਰ, ਤੇ ਉੱਥੇ ਕੰਵਰ ਦਲੀਪ ਸਿੰਘ 21 ਸਾਲ ਦੇ ਨੌਜਵਾਨ ਗੱਭਰੂ, 7 ਸਾਲ ਦੇ ਸਨ ਜਦੋਂ ਅੰਗਰੇਜ਼ ਲੈ ਕੇ, ਮੈਂ ਬੇਨਤੀ ਕਰ ਰਿਹਾ, ਮਾਂ ਨੂੰ ਮਿਲਣ ਵਾਸਤੇ ਲਿਆਂਦਾ। ਮਾਂ ਨੇ ਦੂਰੋਂ ਹੀ ਬਾਹਾਂ ਉਲਾਰੀਆਂ, ਵੇਖ ਨਹੀਂ ਸੀ ਸਕਦੀ, ਪਰ ਪੁੱਤ ਕੰਵਰ ਦਲੀਪ ਸਿੰਘ ਕਹਿ ਕੇ ਆਵਾਜ਼ ਮਾਰੀ ਤੇ ਦਲੀਪ ਸਿੰਘ ਜੀ ਨੇ ਪਛਾਣ ਲਿਆ ਆਪਣੀ ਮਾਂ ਨੂੰ, ਤੇ ਦੌੜ ਕੇ ਆ ਕੇ ਆਪਣੀ ਮਾਂ ਦੇ ਸੀਨੇ ਲੱਗ ਗਏ। 14 ਸਾਲ ਬਾਅਦ ਮਾਂ ਮਿਲੀ, ਘੁੱਟ ਕੇ ਗਲ ਨਾਲ ਲਾਇਆ ਆਪਣੇ ਪੁੱਤ ਨੂੰ, ਅਸੀਸਾਂ ਦਿੱਤੀਆਂ, ਪਿਆਰ ਦਿੱਤਾ, ਪਿੱਠ ਤੇ ਥਾਪੜਾ ਦੇ ਕੇ, ਘੁੱਟ ਕੇ ਗਲਵੱਕੜੀ ਵਿੱਚ ਲੈ ਕੇ ਜਦੋਂ ਹੱਥ ਸਿਰ ਤੇ ਗਿਆ ਨਾ ਸਾਧ ਸੰਗਤ ਕੰਵਰ ਦਲੀਪ ਸਿੰਘ ਦੇ, ਅਸੀਸ ਦੇਣ ਵਾਸਤੇ, ਪਿਆਰ ਦੇਣ ਵਾਸਤੇ, ਤੇ ਇੱਕੋ ਦਮ ਰਾਣੀ ਜਿੰਦਾ ਨੇ ਧੱਕਾ ਮਾਰਿਆ ਦਲੀਪ ਸਿੰਘ ਨੂੰ ਤੇ ਪਿਛਾਂ ਹਟ ਗਈ। ਕਹਿੰਦੀ ਮੇਰਾ ਤੂੰ ਪੋਤੀ ਨਹੀਂ ਹੈ, ਤੂੰ ਮੇਰਾ ਦਲੀਪ ਸਿੰਘ ਨਹੀਂ ਹੋ ਸਕਦਾ। ਕੀ ਹੋਇਆ ਸਾਧ ਸੰਗਤ, ਕੀ ਉਸ ਵਕਤ ਕੰਵਰ ਦਲੀਪ ਸਿੰਘ ਦੇ ਸਿਰ ਦੇ ਉੱਪਰ ਦਸਤਾਰ ਨਹੀਂ ਸੀ, ਕੇਸ ਕੱਟੇ ਹੋਏ ਸਨ, ਮੁਖ ਤੇ ਦਾੜੀ ਨਹੀਂ ਸੀ। ਅੰਗਰੇਜ਼ਾਂ ਨੇ ਉਹਨੂੰ ਈਸਾਈ ਬਣਾ ਦਿੱਤਾ ਸੀ, ਆਪਣੇ ਵਰਗਾ ਬਣਾ ਦਿੱਤਾ ਸੀ। ਤੇ ਰਾਣੀ ਜਿੰਦਾ ਕਹਿੰਦੀ ਤੂੰ ਮੇਰਾ ਪੁੱਤ ਦਲੀਪ ਸਿੰਘ ਨਹੀਂ। ਤੇ ਕੰਵਰ ਦਲੀਪ ਸਿੰਘ ਹੌਕੇ ਭਰ ਕੇ ਆਖਦਾ, ਮਾਂ ਮੈਂ ਤੇਰਾ ਪੁੱਤ ਆ ਦਲੀਪ ਸਿੰਘ, ਮੈਂ ਤਾਂ ਤੈਨੂੰ ਪਛਾਣਦਾ, ਅਜੇ ਤੱਕ ਯਾਦ ਆ ਮੈਨੂੰ ਤੇਰਾ ਚਿਹਰਾ, ਮੈਨੂੰ ਮਾਂ ਗੱਲ ਨਾਲ ਲਾ ਲੈ, ਮੈਨੂੰ ਦੂਰ ਨਾ ਕਰ। ਤੇ ਸਾਧ ਸੰਗਤ ਉੱਥੇ ਇੱਕ ਅਦੀਬ ਨੇ, ਕਵੀ ਨੇ ਬੜੀਆਂ ਪਿਆਰੀਆਂ ਸਤਰਾਂ ਲਿਖੀਆਂ। ਉਹ ਕਹਿਣ ਲੱਗਾ, ਮਾਂ ਨੇ ਉਦੋਂ ਉਲਾਮਾ ਦਿੰਦਿਆਂ ਹੋਇਆਂ ਪੁੱਤ ਨੂੰ ਆਖਿਆ, ਵੇ ਤੂੰ ਪੁੱਤ ਸੀ ਸੰਤ ਸਿਪਾਹੀਆਂ ਦਾ, ਤੇਰੇ ਗਾਤਰੇ ਪਈ ਕਿਰਪਾਨ ਹੈ ਨਹੀਂ, ਪੰਜਾਂ ਕੱਕਿਆਂ ਵਿੱਚੋਂ ਇਸ ਵਕਤ ਤੇਰੇ ਕੋਲ ਇੱਕ ਵੀ ਨਿਸ਼ਾਨ ਹੈ ਨਹੀਂ। ਵੇ ਤੈਨੂੰ ਈਸਾ ਦੀ ਸੂਲੀ ਤਾਂ ਯਾਦ ਰਹਿ ਗਈ, ਭੁੱਲੇ ਤਵੀਆਂ ਤੇ ਤਾਰੀਆਂ ਲਾਉਣ ਵਾਲੇ, ਬੱਚੇ ਟੋਟੇ ਗਲਾਂ ਦੇ ਵਿੱਚ ਹਾਰ ਪਾਉਣ ਵਾਲੇ, ਚਾਂਦਨੀ ਚੌਂਕ 'ਚ ਸੀਸ ਨਵਾਉਣ ਵਾਲੇ। ਤੈਨੂੰ ਭੁੱਲ ਗਿਆ ਉਹ ਸਾਰਾ ਕੁਝ? ਤੈਨੂੰ ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਖੰਡੇ ਬਾਟੇ ਦੀ ਪੌਲ ਚੇਤਾ ਨਹੀਂ? ਤੈਨੂੰ 5 ਕਕਾਰ ਚੇਤੇ ਨਹੀਂ? ਤੂੰ ਦਲੀਪ ਸਿੰਘ ਮੇਰਾ ਪੁੱਤ ਨਹੀਂ ਹੋ ਸਕਦਾ। ਮੇਰਾ ਪੁੱਤ ਉਦੋਂ ਹੋਵੇਗਾ, ਮੈਂ ਤਾਂ ਮੰਨਾਂਗੀ ਜੇ ਤੇਰੇ ਸਿਰ ਤੇ ਦਸਤਾਰ ਹੋਵੇਗੀ, ਤੂੰ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਵਰਗਾ ਬਣ ਜਾਏਗਾ। ਨਾਲੇ ਬਚਨ ਕਹਿ ਦਿੱਤੇ ਕਿ ਇਹ ਪੁੱਤ ਚੇਤਾ ਕਰ ਉਸ ਇਤਿਹਾਸ ਨੂੰ, ਨਾ ਮਾਵਾਂ ਨੂੰ ਜਿਨ੍ਹਾਂ ਨੇ ਆਪਣੇ ਗਲ ਵਿੱਚ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਤਾਂ ਪਾ ਲਏ, ਪਰ ਸਿੱਖੀ ਤੋਂ ਡੋਲੀਆਂ ਨਹੀਂ। ਈਨ ਨਹੀਂ ਮੰਨੀ ਉਹਨੇ ਮੀਰ ਮੰਨੂ ਦੀ। ਚੇਤੇ ਕਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਸਭ ਕੁਝ ਯਾਦ ਕਰਵਾਇਆ। ਅੱਜ ਚੰਗਾ ਹੁੰਦਾ ਜੇ ਧਰਮ ਤੂੰ ਜਾਣ ਦਿੰਦਾ, ਹੁੰਦੀ ਸ਼ਹੀਦ ਦੀ ਮਾਂ ਕਹਾਉਣ ਜੋਗੀ, ਰੂਹ ਕਲਪਦੀ ਨਾ ਸ਼ੇਰੇ ਪੰਜਾਬ ਦੀ, ਓਏ ਰਹਿੰਦੀ ਗੁਰੂ ਨੂੰ ਮੂੰਹ ਦਿਖਾਉਣ ਜੋਗੀ। ਕਹਿੰਦੀ ਮੈਂ ਮੂੰਹ ਦਿਖਾਉਣ ਜੋਗੀ ਤਾਂ ਰਹਿੰਦੀ ਨਾ ਗੁਰੂ ਆਪਣੇ ਨੂੰ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ। ਤੇਰੇ ਪਿਤਾ ਸ਼ੇਰੇ ਪੰਜਾਬ ਦੀ ਰੂਹ ਤੇ ਨਾ ਕਲਪਦੀ ਅੱਜ ਤੈਨੂੰ ਵੇਖ ਕੇ ਵੀ ਮੇਰਾ ਪੁੱਤ ਕਿਹੋ ਜਿਹਾ ਹੋ ਗਿਆ। ਸਾਧ ਸੰਗਤ ਕੰਵਰ ਦਲੀਪ ਸਿੰਘ ਦੌੜ ਕੇ ਦੁਬਾਰਾ ਮਾਂ ਦੇ ਸੀਨੇ ਲੱਗ ਜਾਂਦੇ ਐ। ਮਾਂ ਨੂੰ ਕਹਿੰਦੇ, ਮਾਂ ਦੁਬਾਰਾ ਸਿਰ ਉੱਪਰ ਹੱਥ ਰੱਖ।
ਮੈਂ ਭੁੱਲ ਗਿਆ ਸੀ, ਮੈਂ ਸਭ ਕੁਝ ਭੁਲਾ ਦਿੱਤਾ ਸੀ ਆਪਣੇ ਮਨ ਦੇ ਵਿੱਚੋਂ, ਮੈਂ ਸਿੱਖੀ ਵੀ ਭੁੱਲ ਗਿਆ ਸੀ, ਗੁਰੂ ਨੂੰ ਵਿਸਰ ਚੁੱਕਾ ਸੀ। ਪਰ ਅੱਜ ਮੈਂ ਵਾਅਦਾ ਕਰਦਾ, ਤੇਰੇ ਤੋਂ ਦੂਰ ਹੋਇਆ ਸੀ ਤਾਂ ਸਿੱਖੀ ਤੋਂ ਦੂਰ ਹੋ ਗਿਆ ਸੀ। ਅੱਜ ਮਾਂ ਮਿਲ ਗਈ ਹੈ ਤੇ ਗੁਰੂ ਰਹਿਮਤ ਕਰੇ ਮੈਂ ਸਿੱਖੀ ਨੂੰ ਵੀ ਪ੍ਰਾਪਤ ਕਰ ਲਵਾਂਗਾ, ਸਿੱਖੀ ਵਿੱਚ ਵੀ ਆ ਜਾਵਾਂਗਾ। ਅੱਜ ਤੋਂ ਬਾਅਦ ਦੁਬਾਰਾ ਤਦ ਤੂੰ ਮੇਰੇ ਸਿਰ ਉੱਪਰ ਹੱਥ ਰੱਖੇਂਗੀ, ਮੈਨੂੰ ਗੱਲ ਨਾਲ ਲਾਏਂਗੀ ਜਦੋਂ ਕੰਵਰ ਦਲੀਪ ਸਿੰਘ ਸਿੰਘ ਸੱਜਿਆ ਹੋਵੇਗਾ, ਸਿੱਖ ਸੱਜਿਆ ਹੋਵੇਗਾ। ਵਾਅਦਾ ਕੀਤਾ ਆਪਣੀ ਮਾਂ ਨਾਲ ਤੇ ਉਹ ਵਾਅਦਾ ਪੂਰਾ ਵੀ ਕੀਤਾ। ਸਾਧ ਸੰਗਤ, ਅੱਜ ਐਸੀਆਂ ਮਾਵਾਂ ਰਾਣੀ ਜਿੰਦ ਕੌਰ ਵਰਗੀਆਂ ਕਿਤੇ ਆਪਣੇ ਪੁੱਤਾਂ ਨੂੰ ਹਲੂਣਾ ਦੇਣ। ਗੁਰੂ ਤੋਂ ਬੇਮੁਖ ਹੋਇਆਂ ਸਾਧ ਸੰਗਤ ਜਨਮਾਂ ਜਨਮਾਂਤਰਾਂ ਦੇ ਵਿਯੋਗ ਵਿਛੋੜੇ ਲੱਗ ਜਾਂਦੇ ਐ, ਰੋਗ ਲੱਗ ਜਾਂਦੇ ਐ। ਅੱਜ ਕੀ ਕਾਰਨ ਹੈ? ਨਸ਼ਿਆਂ ਦਾ, ਪਤਿਤ ਪੁਣੇ ਦਾ, ਅੱਜ ਕਲੇਸ਼ ਦਾ ਕਾਰਨ ਕੀ ਹੈ? ਗੁਰੂ ਤੋਂ ਅਸੀਂ ਬੇਮੁਖ ਹੋ ਗਏ। ਗੁਰੂ ਰਹਿਮਤ ਕਰੇ ਸਾਹਿਬ ਜੀ ਫਰਮਾਉਂਦੇ ਨੇ, ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਉਸ RAM ਤੋਂ ਵੇਮੁਖ ਹੋਣਾ ਤੇ ਵੇਮੁਖ ਹੋਣ ਵਾਲਾ ਜਨਮਾਂ ਜਨਮਾਂਤਰਾਂ ਦੇ ਵਿਛੋੜਿਆਂ ਵਿੱਚ ਪੈ ਜਾਂਦਾ ਹੈ। ਸਾਧ ਸੰਗਤ, ਜੇ ਕੋ ਗੁਰ ਤੇ ਵੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੋਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਿਰਫ ਗੁਰੂ ਦੇ ਚਰਨਾਂ ਵਿੱਚ ਲੱਗ ਕੇ ਮੁਕਤੀ ਮਿਲਦੀ ਹੈ। ਇਸ ਕਰਕੇ ਗੁਰੂ ਤੋਂ ਬੇਮੁਖ ਨਾ ਹੋਈਏ ਸਾਧ ਸੰਗਤ, ਗੁਰੂ ਦੇ ਚਰਨਾਂ ਵਿੱਚ ਜੁੜ ਜਾਈਏ, ਜੀਵਨ ਨੂੰ ਸਫਲ ਕਰੀਏ। ਖਿਨ ਮੈਂ ਕੌੜੇ ਹੋਏ ਗਏ। ਜੇ ਪਰਮੇਸ਼ਵਰ ਭੁੱਲ ਗਿਆ, ਉਹਦਾ ਸ਼ੁਕਰਾਨਾ ਭੁੱਲ ਗਿਆ, ਉਹਦੀ ਬਾਣੀ ਵਿਸਾਰ ਦਿੱਤੀ। ਆ ਜਿੰਨੇ ਵੀ ਸੰਸਾਰ ਦੇ ਭੋਗ ਪਦਾਰਥ ਨੇ, ਇਹ ਸਭ ਕੌੜੇ ਜਾਪਦੇ ਨੇ, ਚੰਗੇ ਨਹੀਂ, ਭਾਵ ਦੁੱਖ ਦੇਣ ਵਾਲੇ ਨੇ। ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਆ ਜ਼ਹਿਰ ਦੀਆਂ ਗੰਦਲਾਂ ਨੇ ਤੇ ਲਵਰੇਜ਼ ਕਰਕੇ ਕਿਹਦੇ ਨਾਲ ਰੱਖੀਆਂ? ਖੰਡ ਨਾਲ ਲਵੇੜ ਕੇ ਰੱਖੀਆਂ ਹੋਈਆਂ, ਮਿੱਠੀਆਂ ਜਾਪਦੀਆਂ। ਪਰ ਸਾਧ ਸੰਗਤ, ਸਤਿਗੁਰੂ ਜੀ ਫਰਮਾਉਂਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਜੈਸਰੀ ਕੀ ਵਾਰ ਵਿੱਚ ਸਾਹਿਬ ਜੀ ਕਿਰਪਾ ਕਰਦੇ ਨੇ, ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ। ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਮਨ ਇਛੇ ਸੁਖ ਮਾਣਦਾ ਕਿਛ ਨਾਹੀ ਵਿਸੂਰੇ। ਸੋ ਪ੍ਰਭ ਚੇਤਨਾ ਆਵਈ ਵਿਸ਼ਟਾ ਕੇ ਕੀਰੇ। ਰੱਬ ਚੇਤੇ ਨਹੀਂ, ਭਾਵੇਂ ਸੁੰਦਰ ਸੇਜਾ ਤੇ ਲੱਖਾਂ ਰੁਪਈਆਂ ਦੇ ਵਿਛਾਈ ਤੇ ਸੋਨਾ, ਸੋਨੇ ਦੇ ਘਰ ਵਿੱਚ ਰਹਿਣਾ, ਸਾਰੇ ਸੁੱਖ ਜ਼ਿੰਦਗੀ ਦੇ ਮਾਣਦਾ, ਖਰੀਦ ਲਿਆਉਣਾ ਸਭ ਕੁਝ, ਸਾਧਨ ਸਹੂਲਤਾਂ। ਜੇ ਰੱਬ ਚੇਤੇ ਨਹੀਂ ਤੇ ਗੰਦਗੀ ਦੇ ਕੀੜੇ ਵਰਗੀ ਜ਼ਿੰਦਗੀ ਹੈ। ਭਾਵੇਂ ਮਹਿਲਾਂ ਵਿੱਚ ਬੈਠਾ ਹੋਵੇ, ਸੋਨੇ ਦੇ ਘਰ ਵਿੱਚ ਬੈਠਾ ਹੋਵੇ। ਸਾਧ ਸੰਗਤ, ਦੂਜੇ ਪਾਸੇ ਉਹ ਜਿਹੜਾ ਕੱਖਾਂ ਦੀ ਕੁੱਲੀ ਵਿੱਚ ਰਹਿੰਦਾ ਹੋਵੇ, ਸਾਹਿਬ ਫਰਮਾਉਂਦੇ, ਬਸਤਾ ਟੂਟੀ ਝੂੰਪੜੀ ਚੀਰ ਸਭ ਛਿੰਨਾ। ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮੀਨਾ। ਮਿੱਤਰ ਨਾ ਇਠ ਧਨ ਰੂਪਹੀਣ ਕਿਛ ਸਾਕ ਨਾ ਸਿੰਨਾ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਸਾਧ ਸੰਗਤ, ਜਿਹੜਾ ਰੱਬ ਨੂੰ ਚੇਤੇ ਕਰਨ ਵਾਲਾ, ਚਾਹੇ ਕੱਖਾਂ ਦੀ ਕੁੱਲੀ ਵਿੱਚ ਰਹਿੰਦਾ ਹੋਵੇ, ਉਹਦਾ ਦੁਨੀਆ ਦੇ ਅੰਦਰ ਕੋਈ ਬਾਤ ਪੁੱਛਣ ਵਾਲਾ ਸੱਜਣ ਮਿੱਤਰ ਨਹੀਂ, ਕੋਈ ਉਹਦੇ ਕੋਲ ਔਖੇ ਵੇਲੇ ਕੰਮ ਆਉਣ ਵਾਲਾ ਜੋੜਿਆ ਧਨ ਨਹੀਂ, ਮੰਗ ਕੇ ਖਾ ਕੇ ਗੁਜ਼ਾਰਾ ਕਰਨ ਵਾਲਾ। ਪਰ ਰੱਬ ਚੇਤੇ ਤੇ ਸਤਿਗੁਰ ਦੀ ਨਿਗਾਹ ਦੇ ਵਿੱਚ ਸਾਧ ਸੰਗਤ ਤੋਂ ਦੁਨੀਆ ਦਾ ਰਾਜਾ ਹੈ, ਦੁਨੀਆ ਦਾ, ਸ੍ਰਿਸ਼ਟੀ ਦਾ ਰਾਜਾ ਹੈ। ਏਡੀ ਬਖਸ਼ਿਸ਼ ਉਹਦੇ ਉੱਪਰ ਹੁੰਦੀ ਹੈ। ਗੁਰੂ ਰਹਿਮਤ ਕਰੇ ਉਸ ਮਾਲਕ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਜਾਈਏ। ਸਾਹਿਬ ਫਰਮਾਉਂਦੇ, ਦੁਨੀਆ ਦੇ ਭੋਗ ਪਦਾਰਥ ਸਭ ਕੋੜੇ ਨੇ, ਜੇ ਰੱਬ ਯਾਦ ਨਹੀਂ, ਜੇ ਰੱਬ ਸ਼ਾਮਲ ਨਹੀਂ, ਚਾਹੇ ਜੋ ਕੁਝ ਮਰਜ਼ੀ ਖਾ ਲੈ, ਹੰਡਾ ਲੈ, ਪਾ ਲੈ, ਰੱਬ ਚੇਤੇ ਹੈ ਤਾਂ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨਾ ਆਵੈ ਨਾਓ। ਭੁੱਲੀ ਨਾ ਕਦੇ। ਫਰੀਦਾ ਬਾਬਾ ਫਰੀਦ ਸਾਹਿਬ ਫਰਮਾਉਂਦੇ, ਕਹਿੰਦੇ ਉਹਨੂੰ ਚੇਤੇ ਕਰ, ਯਾਦ ਕਰ ਉਹਨੂੰ, ਭੁੱਲਣਾ ਤੇਰੇ ਸਿਰ ਦੋਸ਼ ਲੱਗੇਗਾ। ਸਾਹਿਬ ਕਹਿੰਦੇ ਉਹ ਕੁਝ ਉਸ ਮਾਲਕ ਵਾਹਿਗੁਰੂ ਦੇ ਚੇਤੇ ਦੇ ਵਿੱਚ ਜੁੜ ਕੇ ਜੋ ਕੁਝ ਤੂੰ ਪਹਿਨਦਾ ਖਾਂਦਾ ਉਹ ਸਭ ਭਲਾ। ਜਿਹੜਾ ਪ੍ਰਮਾਤਮਾ ਦੀ ਯਾਦ ਵਿੱਚ ਜੁੜ ਕੇ
पर जेकर रब चेते नहीं ते होर पहनन खुशी खुवार, जित पैदा तन पीढ़ी है मन में चलै विकार। होर खाना खुशी खुवार, जित खादा तन पीढ़ी है मन में चलै विकार। बाबा होर खाना खुशी खुवार, कहते वो खाना खुशी है, चेते है, चंगी गल है, पर ਜਿਹੜੇ ਖਾਧਿਆਂ ਸਾਡੇ ਅੰਦਰ ਵਿਕਾਰ ਚੱਲਣ ਉਹਦਾ ਫਾਇਦਾ ਕੀ ਹੈ? ਉਹ ਪਹਿਨਣਾ ਚੰਗਾ ਹੈ ਜਿਹਦੇ ਨਾਲ ਦੁਨੀਆ ਦੇ ਅੰਦਰ ਸਤਿਕਾਰ ਬਣੇ। ਪਰ ਅੱਜ ਪਹਿਰਾਵੇ ਕਿਹੋ ਜਿਹੇ ਹੋ ਗਏ, ਅੱਜ ਖਾਣੇ ਕਿਹੋ ਜਿਹੇ ਹੋ ਗਏ, ਸਤਿਕਾਰ ਨਹੀਂ। ਦੁਨੀਆ ਮਜ਼ਾਕ ਉਡਾਉਂਦੀ ਹੈ, ਸੰਸਾਰ ਹੱਸਦਾ ਹੈ। ਵਾਊ ਸੰਦੇ ਕੱਪੜੇ, ਅੱਜ ਵਾਊ ਸੰਦੇ ਵੀ ਸਭ ਪਾਰਦਰਸ਼ੀ ਹੋ ਗਿਆ। ਮਾਫ ਕਰਿਓ, ਕੋਈ ਲੁਕੋ ਨਹੀਂ, ਕੋਈ ਓਹਲਾ ਨਹੀਂ। ਚਾਹੀਦਾ ਸੀ ਪਹਿਲਾਂ ਸਿਰ ਢੱਕਣਾ, ਮਾਤਾਵਾਂ ਭੈਣਾਂ ਨੇ, ਧੀਆਂ ਨੇ, ਪਰ ਅੱਜ ਸਿਰਾਂ ਤੇ ਚੁੰਨੀਆਂ ਨਹੀਂ। ਸਾਧ ਸੰਗਤ ਕੱਪੜੇ ਪਹਿਰਾਵੇ ਚੰਗੇ ਹੁੰਦੇ ਸਨ, ਚਾਹੇ ਲੜਕੇ ਨੇ, ਨੌਜਵਾਨ ਨੇ, ਸਿਰਾਂ ਤੇ ਦਸਤਾਰਾਂ ਸ਼ੋਭਦੀਆਂ, ਅੱਜ ਟੋਪੀਆਂ ਵਾਲੇ ਹੋ ਗਏ। ਗੁਰੂ ਕਿਰਪਾ ਕਰੇ ਅਸੀਂ ਇਹ ਪਦਾਰਥ, ਜਿੰਨੇ ਵੀ ਦੁਨੀਆ ਦੇ ਪਦਾਰਥ, ਰਸ ਆਨੰਦ ਸਭ ਕੁਝ ਇਕੱਠੇ ਕਰ ਰਹੇ ਹਾਂ, ਸਾਰੇ ਕੌੜੇ ਨੇ, ਦੁੱਖ ਦੇਣ ਵਾਲੇ ਨੇ, ਦੁਖੀ ਕਰਨ ਵਾਲੇ ਨੇ, ਜੇ ਰੱਬ ਚੇਤੇ ਨਹੀਂ ਹੈ। ਪਰਮਾਤਮਾ ਤੋਂ ਭੁੱਲ ਕੇ ਮਾਇਆ ਦੇ ਭੋਗ ਪਦਾਰਥ ਸਭ ਕੌੜੇ ਨੇ ਸਾਡੇ ਵਾਸਤੇ। ਪਰਮਾਤਮਾ ਨੂੰ ਯਾਦ ਰਹਿੰਦਿਆਂ ਜੀਵਨ ਬਤੀਤ ਕਰੀਏ, ਉਹਦੇ ਚੇਤੇ ਦੇ ਵਿੱਚ ਜ਼ਿੰਦਗੀ ਹੋਵੇਗੀ ਤੇ ਸਭ ਕੁਝ ਭਲਾ ਹੈ। ਵਿਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ਼। ਬੰਦਾ ਹੋਰ ਥਾਂ ਜਾ ਕੇ ਜਿੰਨਾ ਮਰਜ਼ੀ ਦੁਖੀ ਹੁੰਦਾ ਫਿਰੇ, ਤਰਲੇ ਲੈਂਦਾ ਫਿਰੇ, ਪਰ ਸੰਸਾਰ ਦੇ ਅੰਦਰ ਕੋਈ ਦੂਜਾ ਵਿਚੋਲਾ ਐਸਾ ਨਹੀਂ ਜਿਹੜਾ ਪ੍ਰਮਾਤਮਾ ਨਾਲ ਜੋੜ ਸਕਦਾ। ਵਿੱਚ ਦਾ ਭਾਵ ਹੈ ਵਿਚੋਲਾ। ਵਿਚੋਲਾ ਕੌਣ ਹੈ? ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨੀ ਧੁਰੇ ਪਿਆ ਸੰਜੋਗ। ਉਹ ਸਤਿਗੁਰ ਵਿਚੋਲਾ ਹੈ ਜਿਹੜਾ ਸਾਨੂੰ ਮਿਲਾਉਂਦਾ ਉਸ ਪ੍ਰਮਾਤਮਾ ਦੇ ਨਾਲ। ਕੋਈ ਦੂਜਾ ਨਹੀਂ ਜਿਹੜਾ ਮਿਲਾ ਸਕਦਾ ਹੈ ਜੀ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਬੰਦਾ ਕਵੇ ਜੀ ਮੈਂ ਆਹ ਕੁਝ ਉਹ ਕੁਝ ਪ੍ਰਾਪਤ ਕਰ ਲਵਾਂਗਾ, ਮੈਂ ਮੇਰੇ ਕੋਲ ਤਾਕਤ ਹੈ, ਪੈਸਾ ਹੈ। ਸਾਹਿਬ ਕਹਿੰਦੇ ਕੁਝ ਨਹੀਂ ਕੀਤਾ ਤੇਰਾ ਹੋ ਸਕਦਾ, ਕੀਤਾ ਕਰਨਾ ਸਰਬ ਰਜਾਈ। ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੈ। ਜਿਉ ਹਰ ਭਾਵੈ ਤਿਉ ਰਹੀਐ, ਮੇਰੇ ਹਰ ਜੀਓ ਸਭ ਕੋ ਤੇਰਾ ਵਸ। ਅਸਾਂ ਜੋਰ ਨਾਹੀ, ਜੇ ਕਿਛ ਕਰ ਹਮ ਸਾਕੈ। ਜਿਉ ਭਾਵੈ ਤਿਵੈ ਬਖਸ਼। ਸਾਡੇ ਕੋਲੋਂ ਤਾਕਤ ਨਹੀਂ, ਪਰਮਾਤਮਾ ਦਾ ਕੀਤਾ ਹੀ ਸਭ ਕੁਝ ਹੈ, ਇਸ ਦੁਨੀਆ ਦੇ ਵਿੱਚ ਵਾਪਰਦਾ ਹੈ। ਬੰਦਾ ਭਾਵੇਂ ਜਿੱਥੇ ਮਰਜੀ ਸਾਧ ਸੰਗਤ ਕੋਸ਼ਿਸ਼ਾਂ ਕਰਦਾ ਰਵੇ ਮਾਇਆ ਨਾਲ, ਤਾਕਤ ਨਾਲ, ਪਰ ਪਰਮਾਤਮਾ ਦੀ ਦਇਆ, ਉਹਦੀ ਰਹਿਮਤ ਤੋਂ ਬਿਨਾਂ, ਉਹਦੀ ਬਖਸ਼ਿਸ਼ ਤੋਂ ਬਿਨਾਂ ਕੁਛ ਨਹੀਂ। ਇਸ ਕਰਕੇ ਬੇਨਤੀ ਕਰਿਆ ਕਰੀਏ, ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ। ਸਦਾ ਸਦਾ ਜਪੀ ਤੇਰਾ ਨਾਮ, ਸਤਿਗੁਰੂ ਪਾਏ ਪੈ। ਸਾਹਿਬ ਨੇ ਤਾਂ ਇੰਨੀ ਨਿਮਰਤਾ ਦੇ ਵਿੱਚ, ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਹੋਈ। ਸਾਹਿਬ ਜੀ ਨੇ ਅਖੀਰ ਵਿੱਚ ਸ਼ਬਦ ਕੀ ਲਿਖੇ? ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀਤੋਈ। ਤੂੰ ਮੈਨੂੰ ਯੋਗ ਬਣਾਇਆ ਇਸ ਕਰਮ ਦੇ ਕਰਨ ਵਾਸਤੇ, ਮੇਰਾ ਕੀਤਾ ਕੁਛ ਨਹੀਂ। ਸਾਧ ਸੰਗਤ ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ, ਪਰਮਾਤਮਾ ਤੂੰ ਮੈਨੂੰ ਯੋਗ ਬਣਾਇਆ, ਤੂੰ ਤਰਸ ਕੀਤਾ, ਆਪੇ ਤਰਸ ਪਿਓਈ, ਤੇਰਾ ਤਰਸ ਹੋਇਆ ਮੇਰੇ ਉੱਪਰ। ਇਸ ਕਰਕੇ ਪਰਮਾਤਮਾ ਦੀ ਰਹਿਮਤ ਨੂੰ ਜਾਣੀਏ। ਅੱਜ ਬਾਣੀ ਪੜ੍ਹਦੇ ਆਂ ਤੇ ਰੱਬ ਦਾ ਸ਼ੁਕਰਾਨਾ ਕਰੀਏ, ਤੂੰ ਜੋੜ ਲਿਆ, ਸਮਾਂ ਬਖਸ਼ ਦਿੱਤਾ ਮੇਰੇ ਮਾਲਕ, ਬਿਠਾ ਲਿਆ ਆਪਣੇ ਨੇੜੇ, ਸੇਵਾ ਦਾ ਸਮਾਂ ਬਖਸ਼ਿਸ਼ ਕਰ ਦਿੱਤਾ, ਤੇਰੇ ਦਰ ਆਉਣ ਦਾ ਸਮਾਂ ਬਖਸ਼ਿਸ਼ ਕੀਤਾ, ਉਹਦਾ ਸ਼ੁਕਰ ਕਰਦਿਆਂ ਤੁਰੀਏ। ਸਾਹਿਬ ਜੀ ਫਰਮਾਉਂਦੇ ਹਨ, ਵਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰ ਹੈ ਸਭ ਵਿਯੋਗ। ਵੱਡਿਆਂ ਭਾਗਾਂ ਨਾਲ ਮੇਰਾ ਪ੍ਰਭੂ ਪਰਮਾਤਮਾ ਜੇਕਰ ਸਾਨੂੰ ਮਿਲ ਜਾਏ, ਵੱਡੇ ਭਾਗਾਂ ਵਾਲਿਆਂ ਨੂੰ ਮਿਲ ਜਾਏ, ਤੇ ਸਾਧ ਸੰਗਤ ਸਾਰੇ ਵਿਯੋਗ, ਸਾਰੇ ਫਿਕਰ ਉਤਰ ਜਾਂਦੇ ਆ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਮਿਹਰ ਕਰਦਾ ਹੈ, ਸਾਰੀਆਂ ਚਿੰਤਾਵਾਂ ਉਹਦੇ ਆਉਣ ਨਾਲ ਦੂਰ ਹੋ ਜਾਂਦੀਆਂ, ਫਿਰ ਫਿਕਰ ਨਹੀਂ ਹੈ। ਨਾਨਕ ਕੋ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਮੇਰੇ ਸਾਹਿਬ, ਮੇਰੇ ਮਾਲਕ, ਬੰਧਨਾਂ ਨੂੰ ਖਤਮ ਕਰਨ ਵਾਲੇ, ਬੰਧਨਾਂ ਵਿੱਚੋਂ ਮੁਕਤ ਕਰਨ ਵਾਲੇ, ਵਿਕਾਰਾਂ ਨੂੰ ਖੰਡਣ ਵਾਲੇ ਮੇਰੇ ਪਾਤਸ਼ਾਹ,
ਮੈਨੂੰ ਵੀ ਆਪਣੀ ਸ਼ਰਨ ਵਿੱਚ ਰੱਖ ਲੈ। ਰਾਖੋ ਰਾਖਨ ਹਾਰ ਦੇ ਆਲਾ, ਨਾਨਕ ਘਰ ਕੇ ਗੋਲੇ। ਸਾਨੂੰ ਆਪਣੀ ਓਟ ਬਖਸ਼ਿਸ਼ ਕਰ ਦੇ ਮੇਰੇ ਮਾਲਕ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਅਰਦਾਸ ਕਰਿਆ ਕਰੀਏ ਮਾਲਕ ਜੀ, ਉਹ ਕਰਮ ਅਸੀਂ ਕਰਨ ਯੋਗ ਹੋ ਜਾਈਏ ਜਿਹਦੇ ਸਦਕਾ ਤੇਰੇ ਨੇੜੇ ਹੋ ਸਕੀਏ, ਤੇਰੇ ਦਰ ਤੇ ਪ੍ਰਵਾਨ ਹੋ ਸਕੀਏ। ਕੋਈ ਐਸਾ ਮਾੜਾ ਕਰਮ, ਮੰਦ ਕਰਮ ਨਾ ਕਰੀਏ ਜਿਹਦੇ ਸਦਕਾ ਅਸੀਂ ਗੁਨਾਹਗਾਰ ਹੋ ਜਾਈਏ, ਚੰਗੇ ਕਰਮਾਂ ਵਾਲੇ ਅਸੀਂ ਬਣ ਜਾਈਏ। ਕਤਕ ਹੋਵੇ ਸਾਧ ਸੰਗ, ਬਿਨਸੈ ਸਭੇ ਸੋਚ। ਕਤਕ ਦੇ ਮਹੀਨੇ ਅੰਦਰ ਇਹ ਜੀਵਨ ਭਰ ਵਾਸਤੇ ਸਤਿਗੁਰੂ ਦਾ ਉਪਦੇਸ਼ ਹੈ। ਜਦੋਂ ਤੱਕ ਜੀਵਨ ਸਵਾਸ ਚੱਲਦੇ ਨੇ, ਸਾਹਿਬ ਫਰਮਾਉਂਦੇ ਸਾਧ ਸੰਗ ਕਰ, ਰੱਬ ਦੇ ਪਿਆਰਿਆਂ ਦਾ ਸੰਗ ਕਰਿਆ ਕਰ, ਤੇਰੀਆਂ ਸਾਰੀਆਂ ਚਿੰਤਾਵਾਂ ਬਿਨਸ ਜਾਣਗੀਆਂ, ਖਤਮ ਹੋ ਜਾਣਗੀਆਂ। ਕਿਉਂਕਿ ਜਦੋਂ ਚਿੰਤਾ ਕਰਨ ਵਾਲਾ ਉਹ ਪਰਮਾਤਮਾ ਆਪ ਬੈਠਾ ਹੈ, ਫਿਰ ਚਿੰਤਾ ਕਾਹਦੀ ਸਾਧ ਸੰਗਤ। ਉਹ ਅਕਾਲ ਪੁਰਖ ਵਾਹਿਗੁਰੂ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਉਹਨੂੰ ਚਿੰਤਾ ਹੈ, ਬੰਦਿਆ ਤੂੰ ਚਿੰਤਾ ਨਾ ਕਰ। ਨਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਉਹਨੂੰ ਫਿਕਰ ਹੈ ਸਾਡੀ, ਉਹ ਆਪ ਸਾਡੀ ਫਿਕਰ ਕਰਦਾ ਹੈ। ਇਸ ਕਰਕੇ ਉਹਦੀ ਓਟ, ਉਹਦੇ ਆਸਰੇ ਆਪਣਾ ਜੀਵਨ ਜੀਵੀਏ, ਸ਼ੁਭ ਕਰਮ ਕਰੀਏ, ਪਰਮਾਤਮਾ ਨੂੰ ਚੇਤੇ ਰੱਖੀਏ, ਉਹਦੇ ਲੜ ਲੱਗ ਕੇ ਸਿੱਖੀ ਪ੍ਰੇਮ ਨੇਮ ਵਿੱਚ ਆਪਣੇ ਜੀਵਨ ਨੂੰ ਸਫਲਾ ਬਣਾਈਏ। ਸਾਧ ਸੰਗਤ ਉਹਦੇ ਯਾਦ ਵਿੱਚ, ਉਹਦੇ ਬਾਣੀ ਵਿੱਚ, ਉਹਦੇ ਸਿਮਰਨ ਵਿੱਚ ਸਾਰੇ ਸੁੱਖ ਨੇ। ਉਹਦੇ ਨਾਮ ਸਿਮਰਨ ਦੇ ਵਿੱਚ ਹੀ ਸਾਧ ਸੰਗਤ, ਉਹਦੀ ਯਾਦ ਵਿੱਚ ਹੀ ਸੁੱਖਾਂ ਦੀ ਪ੍ਰਾਪਤੀ ਹੈ ਤੇ ਦੁੱਖਾਂ ਨੂੰ ਦੂਰ ਕਰ ਸਕਦੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਬਾਣੀ ਦੀਆਂ ਵਿਚਾਰਾਂ ਬੇਨਤੀਆਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਆਓ ਗੁਰੂ ਅਸੀਸਾਂ ਲੈਂਦਿਆਂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।